हेलो दोस्तों, मेरा नाम है संदीप कुमार और तुसी देख रहे हो साइको फॉर यू। दोस्तों काफ़ी लंबे समय बाद मैं अपनी जो वीडियो अपलोड कर रहा एक्चुअली मैं पी स्टैट जो 1 है, ठीक है, ਉਹਦਾ ਪੇਪਰ ਚੈੱਕ ਕਰ ਰਿਹਾ ਸੀ ਔਰ ਸਾਈਕੋਲੋਜੀਕਲ ਪੋਰਸ਼ਨ ਚੈੱਕ ਕਰ ਰਿਹਾ ਸੀ ਕਿ ਕਿਸ ਤਰੀਕੇ ਦੀ ਇਹਨਾਂ ਨੇ ਸਾਈਕੋਲੋਜੀ ਪਾਈ ਹੈ। ਤਾਂ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਪੇਪਰ ਲਗਭਗ ਠੀਕ ਸੀ, ਕੁਝ ਫੈਕਚੁਅਲ ਕੁਐਸਚਨ ਇਹਨਾਂ ਨੇ ਪੁੱਛਿਆ, ਲੇਕਿਨ ਫਿਰ ਵੀ ਆਪਾਂ ਦੇਖ ਸਕਦੇ ਹਾਂ ਤੁਸੀਂ ਇਹ ਜੋ ਸਾਈਕੋਲੋਜੀਕਲ ਪੋਰਸ਼ਨ ਹੈ ਉਹ ਤੁਸੀਂ ਆਪਣਾ ਮਿਲਾ ਸਕਦੇ ਹੋ। ਐਕਚੁਅਲੀ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਜੋ ਕਿ 95% ਦੇ ਨੀਅਰ ਅਬਾਊਟ ਕੁਐਸਚਨ ਦਾ ਜੋ ਆਂਸਰਿੰਗ ਰਹੇਗੀ ਉਹ ਕਰੈਕਟ ਪ੍ਰੋਵਾਈਡ ਕਰਾਂ, ਠੀਕ ਹੈ। ਤਾਂ ਤੁਸੀਂ ਆਪਣਾ ਪੇਪਰ ਜੋ ਕਿ ਸਾਈਕੋਲੋਜੀਕਲ ਪੋਰਸ਼ਨ ਹੈ ਉਹ ਹੀ ਮਿਲਾ ਸਕਦੇ ਹੋ। ਆਪਣੇ ਕੋਲ ਪਹਿਲਾ ਕੁਐਸਚਨ ਦੇਖੋ ਇਹਨਾਂ ਨੇ ਕੀ ਪੁੱਛ ਰਹੇ ਆ। ਪਹਿਲਾ ਕੁਐਸਚਨ ਪਹਿਲੇ ਕੁਐਸਚਨ ਦੇ ਵਿੱਚ ਕਹਿ ਰਹੇ ਆ ਕਿ जो भी ਇਹਨਾਂ ਨੇ ਪੁੱਛਿਆਗਾ ਕਿ ਬਾਇਓਲੋਜੀਕਲ ਪੈਟਰਨ ਹੋ ਗਿਆ ਹੈ ਨਾ, ਜਾਂ ਕੋਗਨੀਟਿਵ ਹੋ ਗਿਆ ਔਰ ਸੋਸ਼ੀਓ ਇਮੋਸ਼ਨਲ ਪ੍ਰੋਸੈਸ ਹੋ ਗਿਆ, ਠੀਕ ਹੈ, ਦੈਟ ਬਿਗਨ ਐਟ ਦਾ ਕਨਸੈਪਸ਼ਨ ਐਂਡ ਕੰਟੀਨਿਊ। ਯਾਨੀ ਕਿ ਕੀ ਹੈ ਇਹ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ, ਜਦੋਂ ਹੀ ਇੱਕ ਪ੍ਰੈਗਨੈਂਸੀ ਸ਼ੁਰੂ ਹੋ ਜਾਂਦੀ ਹੈ ਨਾ, ਗਰਭ ਅਵਸਥਾ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਇਹ ਲਗਭਗ ਜੀਵਨ ਭਰ ਚੱਲਦੀ ਹੈ। ਤਾਂ ਤੁਹਾਨੂੰ ਪਤਾ ਹੈ ਕਿ ਜੋ ਡਿਵੈਲਪਮੈਂਟ ਹੈ ਉਹਦਾ ਇੱਕ ਪ੍ਰਿੰਸੀਪਲ ਹੈ ਔਰ ਡਿਵੈਲਪਮੈਂਟ ਦੇ ਵਿੱਚ ਹੀ ਆਪਣੇ ਕੋਲ ਜਿਹੜੇ ਪਹਿਲੂ ਹੈ ਉਹ ਬਾਇਓਲੋਜੀਕਲ, ਕੋਗਨੀਟਿਵ ਔਰ ਸੋਸ਼ੀਓ ਇਮੋਸ਼ਨਲ ਪਹਿਲੂ ਜੋ ਐਸਪੈਕਟ ਹੈ ਉਹ ਇਹਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਤਾਂ ਫਸਟ ਦਾ ਆਪਣੇ ਕੋਲ ਡਿਵੈਲਪਮੈਂਟ ਆਏਗਾ, ਈਜ਼ੀ ਕੁਐਸਚਨ ਸੀ। ਪਿਆਜੇ ਕਨਸੈਪਟ ਤੋਂ ਰਿਲੇਟਡ ਕੁਐਸਚਨ ਆਇਆ ਹੋਇਆ, ਕਹਿ ਰਿਹਾ ਪਿਆਜੇ ਕਨਸੈਪਟ ਆਫ ਦਾ ਇਨਕੋਰਪੋਰੇਸ਼ਨ ਆਫ ਨਿਊ ਇਨਫੋਰਮੇਸ਼ਨ ਇਨਟੂ ਐਗਜ਼ਿਸਟਿੰਗ ਨੌਲੇਜ। ਕਿ ਜੋ ਆਪਣੀ ਐਗਜ਼ਿਸਟਿੰਗ ਨੌਲੇਜ ਹੁੰਦੀ ਹੈ, ਮੀਨਸ ਜੋ ਆਪਣਾ ਪੁਰਾਣਾ ਗਿਆਨ ਹੁੰਦਾ ਗਾ ਉਹਦੇ ਵਿੱਚ ਜਦੋਂ ਆਪਾਂ ਮੀਨਸ ਕਿਸੇ ਤਰੀਕੇ ਦੀ ਨਿਊ ਇਨਫੋਰਮੇਸ਼ਨ ਨੂੰ ਫਿੱਟ ਕਰਦੇ ਹਾਂ, ਠੀਕ ਹੈ, ਨਿਊ ਇਨਫੋਰਮੇਸ਼ਨ ਨੂੰ ਸ਼ਾਮਿਲ ਕਰਦੇ ਹਾਂ, ਤਾਂ ਉਸ ਪ੍ਰੋਸੈਸ ਨੂੰ ਕੀ ਕਿਹਾ ਜਾਂਦਾ ਗਾ, ਠੀਕ ਹੈ, ਉਸ ਕਨਸੈਪਟ ਨੂੰ ਕੀ ਕਿਹਾ ਜਾਂਦਾ ਗਾ। ਤਾਂ ਸਿੰਪਲ ਸੀਗਾ ਆਪਣੇ ਕੋਲ, ਇਸ ਨੂੰ ਆਪਾਂ ਐਸੀਮੀਲੇਸ਼ਨ ਕਹਿੰਦੇ ਹਾਂ, ਠੀਕ ਹੈ। ਅਕਮੋਡੇਸ਼ਨ ਹੁੰਦਾ ਗਾ ਕਿ ਜਿਹੜਾ ਆਪਣਾ ਪੁਰਾਣਾ ਗਿਆਨ ਹੁੰਦਾ ਗਾ ਔਰ ਕਿਤੇ ਨਾ ਕਿਤੇ ਜਦੋਂ ਬੱਚੇ ਨੂੰ ਲੱਗਦਾ ਗਾ ਕਿ ਉਹ ਜੋ ਪੁਰਾਣਾ ਗਿਆਨ ਹੈ ਉਹਦੇ ਵਿੱਚ ਕੁਛ ਨਾ ਕੁਛ ਡਾਊਟਸ ਹੈ, ਉਹ ਕੁਛ ਨਾ ਕੁਛ ਗਲਤ ਹੈ, ਤਾਂ ਆਪਾਂ ਕੀ ਕਰਦੇ ਹਾਂ ਉਸ ਨੌਲੇਜ ਨੂੰ ਚੇਂਜ ਕਰਦੇ ਹਾਂ, ਠੀਕ ਹੈ। ਤਾਂ ਇਹ ਆਪਣੇ ਕੋਲ ਅਕਮੋਡੇਸ਼ਨ ਹੁੰਦਾ ਗਾ, ਓਕੇ। ਤਾਂ ਇਹਦੇ ਵਿੱਚ ਆਪਣੇ ਕੋਲ ਜੋ ਰਾਈਟ ਆਂਸਰ ਆਏਗਾ ਉਹ ਅਸਾਈਮੀਲੇਸ਼ਨ ਰਹੇਗਾ। ਅੱਗੇ ਆਪਣੇ ਕੋਲ ਜੋ ਕਿ ਨੈਕਸਟ ਕੁਐਸਚਨ ਹੈ, ਹੂ ਅਮੰਗ ਦਾ ਫੋਲੋਇੰਗ ਪ੍ਰੈਜ਼ੈਂਟ ਦਾ ਸੋਸ਼ਲ ਕੰਸਟਰਕਟਿਵ। ਦੇਖੋ ਸੋਸ਼ਲ ਕੰਸਟਰਕਟਿਵ ਯਾਦ ਰੱਖਿਓ ਕਿ ਜੋ ਸੋਸ਼ਲ ਕੰਸਟਰਕਟਿਵ ਹੈ ਉਹ ਆਪਣੇ ਕੋਲ ਲੈਵਿਗੋਸਕੀ ਹੈ, ਠੀਕ ਹੈ। ਦੇਖੋ ਕੰਸਟਰਕਟਿਵਿਸਟ ਜੋ ਸੀਗੇ ਉਹ ਦੋ ਤਰੀਕਿਆਂ ਦੇ ਹੈ, ਇੱਕ ਤਾਂ ਸੋਸ਼ਲ ਕੰਸਟਰਕਟਿਵਿਸਟ ਹੈ ਔਰ ਇੱਕ ਆਪਣੇ ਕੋਲ ਕੋਗਨੀਟਿਵ ਕੰਸਟਰਕਟਿਵਿਸਟ ਵੀ ਹੈ, ਠੀਕ ਹੈ। ਤੁਹਾਨੂੰ ਕੋਗਨੀਟਿਵ ਕੰਸਟਰਕਟਿਵਿਸਟ ਵੀ ਦੇਖਣ ਨੂੰ ਮਿਲੇਗਾ, ਤਾਂ ਉਹ ਹੈਗਾ ਆਪਣੇ ਕੋਲ ਜੀਨ ਪਿਆਜੇ। ਲੇਕਿਨ ਅਗਰ ਮੈਂ ਇਸ ਦੇ ਰਾਈਟ ਆਂਸਰ ਦੀ ਗੱਲ ਕਰਾਂ, ਇਹ ਆਪਣੇ ਕੋਲ ਲੈਵਿਗੋਸਕੀ ਆਏਗਾ। ਸੌਰੀ, ਜੋ ਆਪਣੇ ਕੋਲ ਲੈਵਿਗੋਸਕੀ ਸੀ, ਤੁਹਾਨੂੰ ਪਤਾ ਉਹਨਾਂ ਨੇ ਸੋਸ਼ਲ ਕਲਚਰਲ ਥਿਊਰੀ ਦਿੱਤੀ ਸੀਗੀ, ਹੈ ਨਾ। ਤਾਂ ਸੋਸ਼ਲ ਦੇਖੋ ਤੁਸੀਂ ਜਸਟ ਇਹੀ ਅਗਰ ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਕਨਸੈਪਟ ਨਹੀਂ ਕਲੀਅਰ ਹੁੰਦਾ ਤਾਂ ਇਹ ਸੋਸ਼ਲ ਵਰਡ ਉਠਾ ਲੈਂਦੇ, ਤਾਂ ਵੀ ਤੁਸੀਂ ਲੈਵਿਗੋਸਕੀ ਦਾ ਚੂਜ਼ ਕਰ ਸਕਦੇ ਸੀ। ਤਾਂ ਕੰਸਟਰਕਟਿਵਿਸਟ ਆਪਣੇ ਕੋਲ ਟੂ ਟਾਈਪਸ ਦੇ ਪਾਏ ਜਾਂਦੇ ਆ। ਜਿਹੜਾ ਜੀਨ ਪਿਆਜੇ ਹੈ ਉਹ ਲਗਭਗ ਸੌਰੀ, ਜੋ ਜੀਨ ਪਿਆਜੇ ਹੈ ਉਹ ਆਪਣੇ ਕੋਲ ਕੋਗਨੀਟਿਵ ਕੰਸਟਰਕਟਿਵਿਸਟ ਹੈ ਔਰ ਜੋ ਲੈਵਿਗੋਸਕੀ ਆ ਉਹ ਸੋਸ਼ਲ ਕੰਸਟਰਕਟਿਵਿਸਟ ਹੈ। ਔਰ ਇਹ ਮੈਂ ਬੜੇ ਅੱਛੇ ਤਰੀਕੇ ਨਾਲ ਤੁਹਾਨੂੰ ਆਪਣੇ ਜੋ ਵੀ ਜਦੋਂ ਵੀ ਆਪਾਂ ਸਿਧਾਂਤ ਕੀਤੇ ਸੀ ਇਹ ਕਰਵਾਇਆ ਹੋਇਆ ਗਾ। ਕਹਿ ਰਹੀ ਹੈ ਪੀਪਲ ਵੈਲਿਊ ਟਰਸਟ, ਓਕੇ, ਕੇਅਰਿੰਗ ਐਂਡ ਲੋਇਲਟੀ ਟੂ ਦਾ ਅਦਰ ਐਜ਼ ਬੇਸਿਸ ਆਫ ਦਾ ਬੇਸਿਸ ਫॉर ਮੋਰਲ ਜਜ, ਠੀਕ ਹੈ। ਦੇਖੋ ਕੋਲਬਰਗ ਤੋਂ ਰਿਲੇਟਡ ਕੁਐਸਚਨ ਆਇਆ ਹੋਇਆ ਗਾ, ਠੀਕ ਹੈ। ਕੋਲਬਰਗ ਨੇ ਜੋ ਪ੍ਰੋਵਾਈਡ ਕੀਤੀ ਸੀ ਥਿਊਰੀ, ਤੁਹਾਨੂੰ ਪਤਾ ਹੈਗਾ ਮੋਰਲ ਡਿਵੈਲਪਮੈਂਟ ਦੀ ਥਿਊਰੀ ਪ੍ਰੋਵਾਈਡ ਕੀਤੀ ਸੀ। ਤਿੰਨ ਉਹਨਾਂ ਨੇ ਆਪਣੇ ਕੋਲ ਉਹਨਾਂ ਦੇ ਲੈਵਲ ਸੀਗੇ, ਹੈ ਨਾ, ਤੁਹਾਨੂੰ ਪਤਾ ਹੋਏਗਾ ਪ੍ਰੀ ਕਨਵੈਨਸ਼ਨਲ, ਕਨਵੈਨਸ਼ਨਲ, ਪੋਸਟ ਕਨਵੈਨਸ਼ਨਲ, ਠੀਕ ਹੈ। ਉਹਦੇ ਤੋਂ ਰਿਲੇਟਡ ਕੁਐਸਚਨ ਆਇਆ ਹੋਇਆ ਗਾ, ਠੀਕ ਹੈ। ਤਾਂ ਆਪਣਾ ਇਹ ਕੁਐਸਚਨ ਥੋੜਾ ਇਹਨਾਂ ਨੇ ਮਤਲਬ ਕਿ ਇਸ ਤਰੀਕੇ ਨਾਲ ਪੁੱਛਿਆ ਹੋਇਆ ਕਿ ਥੋੜਾ ਨਾ ਮੀਨਸ ਆਪਾਂ ਨੂੰ ਇਹਦੇ ਵਿੱਚ ਜੋ ਇਹਨਾਂ ਨੇ ਆਪਸ਼ਨ ਦਿੱਤੇ ਆ ਉਹ ਥੋੜੇ ਉਲਝਾਵੇਂ ਦਿੱਤੇ ਆ, ਠੀਕ ਹੈ। ਕਿਉਂਕਿ ਜੋ ਆਪਾਂ ਜੋ ਵੀ ਉਹਨਾਂ ਦੇ ਆਪਾਂ ਪੜਾਅ ਪੜ੍ਹੇ ਆ, ਜੋ ਵੀ ਮੰਨ ਲਓ ਉਹਨਾਂ ਦੀ ਸਟੇਜਸ ਪੜ੍ਹੀ ਆ, ਉਹ ਲਗਭਗ ਹੋਰ ਤਰੀਕੇ ਨਾਲ ਪੜ੍ਹੇ ਹੋਣਗੇ ਔਰ ਇਹਨਾਂ ਨੇ ਹੋਰ ਤਰੀਕੇ ਨਾਲ ਦਿੱਤੇ ਆ, ਠੀਕ ਹੈ। ਤਾਂ ਇਸ ਕਰਕੇ ਥੋੜਾ ਜਿਹਾ ਤੁਹਾਡੇ ਲਈ ਟਫ ਹੋ ਜਾਏਗਾ, ਲੇਕਿਨ ਤੁਸੀਂ ਕੁਐਸਚਨ ਦੀ ਲੈਂਗੁਏਜ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਦੇਖੋ ਕੁਐਸਚਨ ਕੀ ਕਹਿ ਰਿਹਾ ਹੈਗਾ, ਕੁਐਸਚਨ ਕਹਿ ਰਿਹਾ ਮੋਰਲ ਜਜਮੈਂਟ ਹੋ ਗਿਆ, ਹੈ ਨਾ, ਔਰ ਕਹਿ ਰਿਹਾ ਹੈਗਾ ਵੈਲਿਊ ਹੋ ਗਈ, ਟਰਸਟ ਹੋ ਗਈ, ਕੇਅਰਿੰਗ ਹੋ ਗਈ, ਲੋਇਲਟੀ ਹੋ ਗਈ। ਦੇਖੋ ਇਹ ਆਪਾਂ ਕਿੰਨਾ ਪ੍ਰਤੀ ਅਪਣਾਉਂਦੇ ਆ, ਜਾਂ ਬੱਚਾ ਇਹ ਕਿੰਨਾ ਪ੍ਰਤੀ ਅਪਣਾਏਗਾ, ਇਹ ਬੱਚਾ ਸਮਾਜ ਪ੍ਰਤੀ ਹੀ ਅਪਣਾਏਗਾ ਨਾ। ਆਪਣੇ ਪ੍ਰਤੀ ਤਾਂ ਇਹ ਆਪਾਂ ਚੀਜ਼ਾਂ ਦੇਖੋ ਆਪਣੇ ਪ੍ਰਤੀ ਤਾਂ ਹੀ ਰੱਖਦੇ ਹਾਂ, ਬਟ ਲੋਇਲਟੀ ਆਪਾਂ ਕਿੰਨਾਂ ਨੂੰ ਦਿਖਾ ਰਹੇ ਹਾਂ, ਆਪਾਂ ਦੂਸਰਿਆਂ ਨੂੰ ਦਿਖਾ ਰਹੇ ਹਾਂ, ਕੇਅਰ ਆਪਾਂ ਦੂਸਰਿਆਂ ਦੀ ਕਰਦੇ ਹਾਂ, ਹੈ ਨਾ, ਟਰਸਟ ਆਪਾਂ ਦੂਸਰਿਆਂ ਤੇ ਕਰਨਾ ਹੁੰਦਾ ਜਾਂ ਟਰਸਟ ਦੂਸਰਿਆਂ ਨੂੰ ਕਰਵਾਉਣਾ ਹੁੰਦਾ, ਠੀਕ ਹੈ। ਤਾਂ ਇਹਦੇ ਵਿੱਚ ਜਦੋਂ ਆਪਾਂ ਅਦਰ ਵਰਡ ਆਪਣੇ ਕੋਲ ਆ ਜਾਂਦਾ ਗਾ ਤਾਂ ਆਪਾਂ ਉਹਨੂੰ ਸਮਾਜ ਨਾਲ ਰਿਲੇਟ ਕਰ ਦਿੰਦੇ ਹਾਂ। ਤਾਂ ਮੇਰੇ ਅਕੋਰਡਿੰਗ ਇਸ ਦਾ ਸੋਸ਼ਲ ਸਿਸਟਮ ਮੋਰੈਲਿਟੀ ਹੋ ਸਕਦਾ ਗਾ, ਔਰ ਜੋ ਹੈਟਰੋਨੋਮੀ ਮੋਰੈਲਿਟੀ ਸੀ ਇਹ ਤਾਂ ਇਹਦਾ ਸਿੱਧਾ ਇਹਦੇ ਮੀਨਸ ਇਸ ਦੇ ਸਟੇਜਸ ਦੇ ਵਿੱਚ ਆਪਣੇ ਕੋਲ ਇਹ ਆਉਂਦਾ ਵੀ ਨਹੀਂ, ਠੀਕ ਹੈ। ਔਰ ਜੋ ਇੰਟਰਪਰਸਨਲ ਹੋ ਗਿਆ, ਠੀਕ ਹੈ, ਇੰਟਰਪਰਸਨਲ ਹੋ ਗਿਆ ਜਾਂ ਇੰਡੀਵਿਜੂਅਲ ਹੋ ਗਿਆ, ਓਕੇ, ਤਾਂ ਇਹ ਖੁਦ ਨਾ ਖੁਦ ਕਿਸੇ ਤਰੀਕੇ ਨਾਲ ਬੱਚੇ ਨਾਲ ਰਿਲੇਟ ਕਰਦੇ ਆ, ਠੀਕ ਹੈ। ਲੇਕਿਨ ਜੋ ਆਪਣੇ ਕੋਲ ਇਹ ਵਰਡਿੰਗ ਹੈ, ਠੀਕ ਹੈ, ਇਹ ਕਿਤੇ ਨਾ ਕਿਤੇ ਸਮਾਜ ਨਾਲ ਰਿਲੇਟ ਕਰਦੀ ਹੈ। ਇਸ ਕਰਕੇ ਮੈਂ ਇਸ ਦਾ ਰਾਈਟ ਆਂਸਰ ਇਹ ਚੂਜ਼ ਕਰੂੰਗਾ। ਬਾਕੀ ਫਿਰ ਵੀ ਜੋ ਅਫੀਸ਼ੀਅਲ ਆਂਸਰ ਕੀ ਆਏਗੀ ਤੁਸੀਂ ਚੈੱਕ ਕਰ ਲਿਓ। ਉਸ ਤੋਂ ਬਾਅਦ ਟ੍ਰਾਈਆਰਟਿਕ ਥਿਊਰੀ ਤੋਂ ਰਿਲੇਟਡ ਕੁਐਸਚਨ ਆਇਆ ਹੋਇਆ ਗਾ, ਹੈ ਨਾ। ਟ੍ਰਾਈਆਰਟਿਕ ਥਿਊਰੀ ਜਿਹਦੇ ਵਿੱਚ ਆਪਣੇ ਨੂੰ ਪੁੱਛਿਆ ਗਿਆ ਕਿ ਕਿਹੜਾ ਕੰਪੋਨੈਂਟ ਸ਼ਾਮਿਲ ਨਹੀਂ ਹੈ, ਠੀਕ ਹੈ। ਤਾਂ ਟ੍ਰਾਈਆਰਕਿਕ ਥਿਊਰੀ ਤੁਹਾਨੂੰ ਪਤਾ ਸਟਰਨਬਰਗ ਨੇ ਪ੍ਰੋਵਾਈਡ ਕੀਤੀ ਸੀ, ਐਕਚੁਅਲੀ ਇੱਥੇ ਲਿਖਿਆ ਹੀ ਹੈ ਸਟਰਨਬਰਗ, ਠੀਕ ਹੈ, ਤੁਸੀਂ ਦੇਖ ਸਕਦੇ ਹੋ। ਔਰ ਸਪੈਸ਼ੀਅਲ ਐਨਾਲਿਟੀਕਲ ਔਰ ਪ੍ਰੈਕਟੀਕਲ, ਦੇਖੋ ਸਪੈਸ਼ੀਅਲ ਸੌਰੀ ਕ੍ਰੀਏਟਿਵ ਤਾਂ ਸੀਗਾ, ਠੀਕ ਹੈ, ਇਸ ਦਾ ਕ੍ਰੀਏਟਿਵ ਆਂਸਰ ਤਾਂ ਆਏਗਾ ਨਹੀਂ, ਪ੍ਰੈਕਟਿਸ ਵੀ ਸੀ ਔਰ ਐਨਾਲਿਟੀਕਲ ਵੀ ਸੀ। ਤਾਂ ਇਸ ਦਾ ਆਪਣੇ ਕੋਲ ਰਾਈਟ ਆਂਸਰ ਸਪੈਸ਼ੀਅਲ ਹੋ ਜਾਏਗਾ, ਠੀਕ ਹੈ। ਸਥਾਨਿਕ ਬੁੱਧੀ ਨਾਲ ਉਹਨਾਂ ਨੇ ਕਿਸੇ ਵੀ ਤਰੀਕੇ ਦਾ ਜੋ ਟ੍ਰਾਈਆਰਕਿਕ ਥਿਊਰੀ ਸੀ ਇਹੋ ਜਿਹਾ ਕੰਪੋਨੈਂਟ ਨਹੀਂ ਚੂਜ਼ ਕੀਤਾ, ਸੌਰੀ ਯੂਜ਼ ਕੀਤਾ ਜੋ ਕਿ ਸਥਾਨਿਕ ਬੁੱਧੀ ਨਾਲ ਰਿਲੇਟ ਕਰਦਾ ਸੀ, ਓਕੇ। 35 ਦਾ ਆਪਣੇ ਕੋਲ ਇਹ ਰਹਿ ਜਾਏਗਾ। ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਐਕੁਜੀਸ਼ਨ ਆਫ ਟ੍ਰੈਡੀਸ਼ਨਲ ਮਸਕੂਲਿਨ ਔਰ ਫੈਮਿਨੀਨ ਰੋਲ। ਦੇਖੋ ਇਹ ਆਪਣੇ ਕੋਲ ਜੋ ਕੁਐਸਚਨ ਆਇਆ ਹੋਇਆ ਉਹ ਜੈਂਡਰ ਨਾਲ ਰਿਲੇਟ ਕਰਦਾ ਗਾ, ਕਹਿ ਰਿਹਾ ਇੱਕ ਪਰੰਪਰਾਗਤ, ਠੀਕ ਹੈ। ਦੇਖੋ ਇਹਦੇ ਵਿੱਚ ਵਰਡ ਆ ਗਿਆ ਟ੍ਰੈਡੀਸ਼ਨਲ, ਟ੍ਰੈਡੀਸ਼ਨਲ ਧਾਰਨਾਵਾਂ ਨਾਲ ਜੁੜਿਆ ਹੋਇਆ ਗਾ, ਮੀਨਸ ਜੋ ਪੁਰਾਣੇ ਰੀਤੀ ਰਿਵਾਜ ਹੁੰਦੇ ਸੀ, ਹੈ ਨਾ। ਤਾਂ ਕਿਤੇ ਨਾ ਕਿਤੇ ਇਸ ਦਾ ਜੈਂਡਰ ਰੋਲ ਹੋ ਸਕਦਾ, ਬਟ ਇਹ ਆਏਗਾ ਆਪਣੇ ਕੋਲ ਜੈਂਡਰ ਸਟੀਰੀਓਟਾਈਪਸ, ਠੀਕ ਹੈ। ਮੋਸਟਲੀ ਜੈਂਡਰ ਸਟੀਰੀਓਟਾਈਪਸ ਹੀ ਰਹਿੰਦਾ ਗਾ ਇਸ ਤਰੀਕੇ ਦੇ ਕੁਐਸਚਨ ਦਾ ਆਂਸਰ, ਠੀਕ ਹੈ। ਅੱਗੇ ਆਪਣੇ ਕੋਲ ਜੋ ਕਿ ਹੈ ਘੰਟੀ ਵਜਾਉਣ ਤੋਂ ਬਾਅਦ, ਯਾਨੀ ਕਿ ਇਹ ਪੈਬਲੋ ਤੋਂ ਰਿਲੇਟਡ ਕੁਐਸਚਨ ਆਇਆ ਹੋਇਆ ਗਾ। ਤੁਹਾਨੂੰ ਪਤਾ ਗਾ ਕਿ ਜੇ ਪੈਬਲੋ ਨੇ ਡੌਗ ਤੇ ਐਕਸਪੈਰੀਮੈਂਟ ਕੀਤਾ ਸੀ ਔਰ ਇਸ ਦੀ ਥਿਊਰੀ ਦਾ ਨਾਮ ਸੀਗਾ ਕਲਾਸੀਕਲ ਕੰਡੀਸ਼ਨਿੰਗ ਥਿਊਰੀ, ਠੀਕ ਹੈ।
ਤਾਂ ਇਹਨਾਂ ਨੇ ਦੇਖੋ ਕਿਆ ਹੋਇਆਗਾ ਕਿ ਘੰਟੀ ਵਜਾਉਣ ਤੋਂ ਬਾਅਦ ਹੀ ਭੋਜਨ ਦਿੱਤਾ, ਨਾ ਕਿ ਕਿਸੇ ਹੋਰ ਆਵਾਜ਼ ਤੋਂ। ਮੀਨਜ਼ ਜਦੋਂ ਰਿੰਗ ਤੋਂ ਬਾਅਦ ਹੀ ਫੂਡ ਪ੍ਰੋਵਾਈਡ ਕੀਤਾ ਸੀ, ਠੀਕ ਹੈ, ਰਿੰਗ ਤੋਂ ਬਾਅਦ ਹੀ ਫੂਡ ਪ੍ਰੋਵਾਈਡ ਕੀਤਾ। ਕਹਿਣ ਦਾ ਮਤਲਬ ਰਿੰਗ ਨਾਲ ਕਿਤੇ ਨਾ ਕਿਤੇ ਜੋੜਿਆ ਜਾ ਰਿਹਾ ਸੀਗਾ ਉਸਦੇ ਰਿਸਪੌਂਸ ਨੂੰ। ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ, ਜਨਰਲਾਈਜੇਸ਼ਨ ਕਹਿੰਦੇ ਹਾਂ, ਠੀਕ ਹੈ। ਇਸ ਨੂੰ ਆਪਾਂ ਦੇਖੋ ਡਿਸਕ੍ਰਿਮੀਨੇਸ਼ਨ ਦੀ ਗੱਲ ਕਰੀਏ ਤਾਂ ਡਿਸਕ੍ਰਿਮੀਨੇਸ਼ਨ ਦਾ ਮਤਲਬ ਹੁੰਦਾ ਗਾ ਕਿਤੇ ਨਾ ਕਿਤੇ ਅੰਤਰ ਕਰਨਾ। ਮੀਨਜ਼ ਜਿਹੜਾ ਵੀ ਆਪਾਂ ਆਬਜੈਕਟ ਜਿਹਦੇ ਤੇ ਪ੍ਰਯੋਗ ਕੀਤਾ ਜਾ ਰਿਹਾ, ਜੇ ਉਹ ਘੰਟੀ ਔਰ ਫੂਡ ਦੇ ਵਿੱਚ ਅੰਤਰ ਹੀ ਕਰ ਲੈਂਦਾ, ਠੀਕ ਹੈ, ਤਾਂ ਇਟ ਮੀਨਜ਼ ਉਹ ਫਿਰ ਉਸ ਤਰੀਕੇ ਦਾ ਉਸਨੇ ਰਿਸਪੌਂਸ ਨਹੀਂ ਦੇਣਾ ਸੀਗਾ, ਜੋ ਰਿਸਪੌਂਸ ਆਪਾਂ ਨੇ ਡਿਜ਼ਾਇਰ ਕੀਤਾ ਸੀ, ਜੋ ਸੋਚਿਆ ਸੀ, ਠੀਕ ਹੈ। ਤਾਂ ਇਸ ਕਰਕੇ ਮੀਨਜ਼ ਇਸਦਾ ਜਨਰਲਾਈਜੇਸ਼ਨ ਆਏਗਾ, ਐਕਸਟੈਂਸ਼ਨ ਹੁੰਦਾ ਅਲੋਪ ਹੋਣਾ। ਮੀਨਜ਼ ਜਿਹੜਾ ਰਿਸਪੌਂਸ ਆਬਜੈਕਟ ਨੇ ਸਿੱਖ ਲਿਆ, ਉਹ ਰਿਸਪੌਂਸ ਕਿਤੇ ਨਾ ਕਿਤੇ ਅਗਰ ਖਤਮ ਹੁੰਦਾ ਦਿਖਦਾ ਗਾ, ਤਾਂ ਉਹ ਐਕਸਟੈਂਸ਼ਨ ਹੋਣਾ ਹੋ ਜਾਂਦਾ, ਠੀਕ ਹੈ, ਉਹ ਅਲੋਪ ਹੁੰਦਾ। ਤਾਂ ਉਹ ਕਦੋਂ ਹੁੰਦਾ ਗਾ, ਜਦੋਂ ਘੰਟੀ ਤੋਂ ਬਾਅਦ ਮੀਨਜ਼ ਭੋਜਨ ਦਿੱਤਾ, ਠੀਕ ਹੈ। ਮੀਨਜ਼ ਉਹ ਸਿੱਖ ਗਿਆ ਵੀ ਘੰਟੀ ਵੱਜਣ ਤੋਂ ਬਾਅਦ ਹੀ ਮੇਰੇ ਕੋਲ ਭੋਜਨ ਆਉਂਦਾ, ਔਰ ਜੋ ਡੌਗ ਹੈ ਉਹ ਕਿਤੇ ਨਾ ਕਿਤੇ ਸਲਾਈਵਾ ਕੀ ਕਰ ਦਿੰਦਾ ਸੀ, ਕੱਢ ਦਿੰਦਾ ਸੀ, ਹੈ ਨਾ। ਤਾਂ ਜਦੋਂ ਘੰਟੀ ਵਜਾਵਾਂਗੇ ਔਰ ਭੋਜਨ ਦੇਵਾਂਗੇ ਨਾ, ਘੰਟੀ ਵਜਾਵਾਂਗੇ ਔਰ ਭੋਜਨ ਦੇਵਾਂਗੇ ਨਾ, ਤਾਂ ਕਿਤੇ ਉਸਦਾ ਮੰਨ ਲਓ ਜੋ ਰਿਸਪੌਂਸ ਹੈ ਉਹ ਕੀ ਹੋ ਜਾਏਗਾ, ਐਕਸਟੈਂਸ਼ਨ ਹੋ ਜਾਏਗਾ ਉਸਦਾ, ਠੀਕ ਹੈ, ਅਲੋਪ ਹੋ ਜਾਏਗਾ। ਤਾਂ ਇਸਦਾ ਜਨਰਲਾਈਜੇਸ਼ਨ ਰਾਈਟ ਆਂਸਰ ਆਏਗਾ। ਮੀਨਜ਼ ਜਦੋਂ ਭੋਜਨ ਤੋਂ ਬਾਅਦ ਸੋਰੀ ਘੰਟੀ ਵਜਾਉਣ ਤੋਂ ਬਾਅਦ ਹੀ ਉਹਨੂੰ ਭੋਜਨ ਦਿੱਤਾ, ਕਿਸੇ ਹੋਰ ਆਵਾਜ਼ ਤੇ ਉਸਨੂੰ ਕੋਈ ਮੀਨਜ਼ ਆਵਾਜ਼ ਤੋਂ ਬਾਅਦ ਨਹੀਂ ਦਿੱਤਾ। ਮੀਨਜ਼ ਉਸਨੇ ਘੰਟੀ ਨਾਲ ਰਿਸਪੌਂਸ ਦੇਣਾ ਸਿੱਖ ਲਿਆ ਸੀ। ਓਕੇ, ਤਾਂ ਇਸਦਾ ਜਨਰਲਾਈਜੇਸ਼ਨ ਆਏਗਾ। ਅੱਗੇ ਆਦਾ ਚਾਈਲਡ ਸੈਂਟਰਡ ਐਜੂਕੇਸ਼ਨ। ਤਾਂ ਚਾਈਲਡ ਸੈਂਟਰ ਦੀ ਅਗਰ ਗੱਲ ਕਰੀਏ, ਦੇਖੋ ਜੌਨ ਡੀਵੀ ਹੋ ਗਿਆ, ਪੈਸਟੋਲੋਜੀ ਹੋ ਗਿਆ, ਹਰਵਰਡ। ਦੇਖੋ ਹਰਵਰਡ ਸਪੈਂਸਰ ਨੇ ਆਈ ਥਿੰਕ ਲੈਸਨ ਪਲਾਨ ਪ੍ਰੋਵਾਈਡ ਕੀਤਾ ਸੀ। ਫਰੈਬਲ ਜੋ ਸੀਗਾ, ਇਹਨਾਂ ਨੇ ਆਈ ਥਿੰਕ ਕੇਜੀ ਸਿਸਟਮ ਦਿੱਤਾ ਸੀਗਾ, ਕਿੰਡਰਗਾਰਟਨ। ਔਰ ਜੌਨ ਡੀਵੀ ਸੀ, ਇਹਨਾਂ ਨੇ ਆਪਣੇ ਕੋਲ ਲਰਨਿੰਗ ਬਾਈ ਡੂਇੰਗ ਮੈਥਡ ਦਿੱਤਾ ਸੀ, ਠੀਕ ਹੈ, ਲਰਨਿੰਗ ਬਾਈ ਡੂਇੰਗ ਮੈਥਡ। ਔਰ ਲਰਨਿੰਗ ਬਾਈ ਡੂਇੰਗ ਮੈਥਡ ਹੀ ਚਾਈਲਡ ਸੈਂਟਰਡ ਅਪਰੋਚ ਸੀ। ਇਸ ਕਰਕੇ ਇਸਦਾ ਰਾਈਟ ਆਂਸਰ ਜੌਨ ਡੀਵੀ ਆਏਗਾ। ਅੱਗੇ ਆਪਣੇ ਕੋਲ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਕਰੈਕਟਰਿਸਟਿਕਸ ਆਫ ਇਮੋਸ਼ਨਲ ਇੰਟੈਲੀਜੈਂਸੀ। ਦੇਖੋ ਜੋ ਪੀਟਰ ਸਲੋਵੀ ਨੇ ਇਮੋਸ਼ਨਲ ਇੰਟੈਲੀਜੈਂਸੀ ਦਿੱਤੀ ਸੀ, ਤਾਂ ਉਹਦਾ ਕਰੈਕਟਰ ਨਹੀਂ ਹੈ। ਦੇਖੋ ਜੋ ਇਹਨਾਂ ਨੇ ਦਿੱਤੀ ਸੀ ਪਰਸੀਵਿੰਗ, ਤਾਂ ਉਹਦੇ ਵਿੱਚ ਸੀਗਾ ਕਿ ਭਾਵਨਾਵਾਂ ਨੂੰ ਅੰਡਰਸਟੈਂਡ ਵੀ ਕੀਤਾ ਜਾਂਦਾ ਗਾ, ਔਰ ਉਹਦਾ ਮੈਨੇਜ ਵੀ ਕੀਤਾ ਜਾਂਦਾ, ਔਰ ਯੂਜ਼ ਵੀ ਕੀਤਾ ਜਾਂਦਾ। ਇਸਦਾ ਜੋ ਰਾਈਟ ਆਂਸਰ ਆਏਗਾ ਉਹ ਆਪਣੇ ਕੋਲ ਰਹੇਗਾ ਕੰਟਰੋਲਿੰਗ ਵਾਲਾ, ਠੀਕ ਹੈ, ਕਿਉਂਕਿ ਨਹੀਂ ਦੇ ਵਿੱਚ ਆਪਣੇ ਕੋਲ ਕੰਟਰੋਲਿੰਗ ਇਮੋਸ਼ਨਸ ਆਏਗਾ। ਅੱਗੇ ਆਪਣੇ ਕੋਲ ਨੈਕਸਟ ਹੈ ਦਾ ਕਨਸੈਪਟ ਆਫ CCE। ਦੇਖੋ CCE ਨਾਲ ਰਿਲੇਟਡ ਹੈ ਜੋ RTE ਆਪਣੇ ਕੋਲ ਸੀ ਨਾ, RTE 2009 ਵਾਲਾ, ਤਾਂ ਉਹ ਆਪਣੇ ਕੋਲ ਇਹਦੇ ਵਿੱਚ ਰਾਈਟ ਆਂਸਰ ਆਏਗਾ। ਇਹਦੇ ਵਿੱਚ ਆਪਣੇ ਕੋਲ 2009 ਆਂਸਰ ਰਹਿ ਜਾਏਗਾ। ਕੌਨਫਲਿਕਟਸ ਥਿਊਰੀ। ਦੇਖੋ ਕੌਨਫਲਿਕਟਸ ਦੀ ਗੱਲ ਕਰੀਏ ਤਾਂ ਇਹੋ ਜਿਹੇ ਜੋ ਕੁਐਸਚਨ ਹੁੰਦੇ ਆ ਇਹ ਰੀਟ ਦੇ ਵਿੱਚ ਪੁੱਛੇ ਜਾਂਦੇ ਆ ਬੇਸਿਕਲੀ। ਤਾਂ ਇਹ ਕਾਰਲ ਮਾਰਕਸ ਨੇ ਦਿੱਤੀ ਸੀ ਕੌਨਫਲਿਕਟਸ ਥਿਊਰੀ, ਠੀਕ ਹੈ, ਇਹ ਫੈਕਚੁਅਲ ਕੁਐਸਚਨ ਹੈ, ਕਾਰਲ ਮਾਰਕਸ ਨੇ ਦਿੱਤੀ ਸੀ। ਤੁਹਾਨੂੰ ਪਤਾ ਜੋ ਕੌਨਫਲਿਕਟਸ ਹੁੰਦੇ ਕੀ ਹੈ, ਜਦੋਂ ਆਪਣੇ ਕੋਲ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ ਕਿ ਆਪਾਂ ਡਿਸਾਈਡ ਨਹੀਂ ਕਰ ਪਾਉਂਦੇ ਵੀ ਆਪਾਂ ਮੀਨਜ਼ ਕਿਸ ਪਾਸੇ ਜਾਈਏ, ਠੀਕ ਹੈ। ਤਾਂ ਇਸ ਤਰੀਕੇ ਦੀ ਸਿਚੁਏਸ਼ਨ ਦੇ ਵਿੱਚ ਜਦੋਂ ਆਪਾਂ ਫਸ ਜਾਂਦੇ ਹਾਂ, ਮੀਨਜ਼ ਆਪਣੇ ਕੋਲ ਸਮ ਟਾਈਮ ਦੋ ਤਰੀਕੇ ਦੇ ਵੇ ਹੁੰਦੇ ਆ, ਉਹ ਅੱਛੇ ਵੀ ਹੋ ਸਕਦੇ ਆ, ਬੁਰੇ ਵੀ ਹੋ ਸਕਦੇ ਆ, ਉਹਨਾਂ ਦੇ ਵਿੱਚੋਂ ਇੱਕ ਅੱਛਾ ਜਾਂ ਇੱਕ ਬੁਰਾ ਹੋ ਸਕਦਾ। ਤਾਂ ਆਪਾਂ ਉੱਥੇ ਡਿਸਾਈਡ ਕਰਨਾ ਹੁੰਦਾ ਵੀ ਆਪਾਂ ਕਿਹੜੇ ਪਾਸੇ ਜਾਈਏ। ਤਾਂ ਉਹ ਜਿਹੜੀ ਡਿਸਾਈਡਿੰਗ ਵਾਲੀ ਸਿਚੁਏਸ਼ਨ ਹੁੰਦੀ ਹੈ ਉਹਨੂੰ ਹੀ ਆਪਾਂ ਕੌਨਫਲਿਕਟਸ ਬੋਲਦੇ ਹਾਂ, ਠੀਕ ਹੈ। ਤਾਂ ਇਹ ਕਾਰਲ ਮਾਰਕਸ ਨੇ ਪ੍ਰੋਵਾਈਡ ਕੀਤੇ ਸੀ, ਠੀਕ ਹੈ। ਅੱਗੇ ਆਪਣੇ ਕੋਲ ਹੈ ਵਿਚ ਆਫ ਦਾ ਫੋਲੋਇੰਗ ਕਲਾਸਰੂਮ ਇਨਵਾਇਰਨਮੈਂਟ ਪਲੇਸ ਨੋ ਡਿਮਾਂਡਸ ਔਨ ਦਾ ਸਟੂਡੈਂਟ ਆਫ ਐਨੀ ਸੌਰਟ ਐਂਡ ਸਟੂਡੈਂਟ ਆਰ ਐਕਟਿਵਲੀ। ਦੇਖੋ ਕੁਐਸਚਨ ਦੀ ਲੈਂਗੁਏਜ ਦੇ ਵਿੱਚ ਕਹਿ ਰਿਹਾ ਐਕਟਿਵਲੀ ਸਪੋਰਟਡ ਇਨ देयर ਐਫਰਟਸ। ਮੀਨਜ਼ ਜੋ ਬੱਚੇ ਹੈ ਉਹਨਾਂ ਦੇ ਜਿਹੜੇ ਐਫਰਟਸ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਐਕਟਿਵ ਹੋ ਕੇ ਸਪੋਰਟ ਕੀਤਾ ਜਾ ਰਿਹਾ ਹੈਗਾ। ਇਟ ਮੀਨਜ਼ ਇਹ ਆਪਣੇ ਕੋਲ ਕਿਹੜੇ ਸਟਾਈਲ ਹੈਗੇ ਆ, ਦੇਖੋ ਇਹ ਹੁੰਦਾ ਗਾ ਡੈਮੋਕ੍ਰੇਟਿਵ ਸਟਾਈਲ, ਠੀਕ ਹੈ। ਇਸਦਾ ਰਾਈਟ ਆਂਸਰ ਆਏਗਾ ਡੈਮੋਕ੍ਰੇਟਿਵ। ਤਿੰਨ ਹੀ ਤਰੀਕਿਆਂ ਦੇ ਆਪਣੇ ਕੋਲ ਸਟਾਈਲ ਹੁੰਦੇ ਆ, ਡੈਮੋਕ੍ਰੇਟਿਵ ਹੈ, ਅਥੋਰੀਟੇਟਿਵ ਹੈ, ਪਰਮਿਸਿਵ ਹੈ, ਠੀਕ ਹੈ। ਤਾਂ ਮੋਸਟਲੀ ਜ਼ਿਆਦਾਤਰ ਆਪਾਂ ਨੂੰ ਡੈਮੋਕ੍ਰੇਟਿਵ ਸਟਾਈਲ ਹੀ ਅਪਣਾਉਣਾ ਚਾਹੀਦਾ ਅਗਰ ਐਜ਼ ਏ ਤੁਸੀਂ ਟੀਚਰ ਕੰਮ ਕਰ ਰਹੇ ਹੋ, ਤਾਂ ਬੱਚੇ ਲਈ ਡੈਮੋਕ੍ਰੇਟਿਵ ਸਟਾਈਲ ਹੀ ਤੁਹਾਨੂੰ ਅਪਣਾਉਣਾ ਪਏਗਾ। ਗੋਲੇਮਨ ਦੀ ਗੱਲ ਕੀਤੀ ਹੋਈ ਹੈ, ਗੋਲੇਮਨ ਨੇ ਵੀ ਇੰਟੈਲੀਜੈਂਸੀ ਦੀ ਥਿਊਰੀ ਦਿੱਤੀ ਸੀ ਜੋ ਕਿ ਇਮੋਸ਼ਨਲ ਇੰਟੈਲੀਜੈਂਸੀ ਥਿਊਰੀ ਸੀ। ਤਾਂ ਉਹਨਾਂ ਨੇ ਆਪਣੇ ਕੋਲ 4 ਕੈਰੀਅਰ ਕਲਸਟਰ ਜੋ ਯੂਜ਼ ਕੀਤੇ ਸੀਗੇ, ਤਾਂ ਉਹਨਾਂ ਦੀ ਗੱਲ ਕੀਤੀ ਹੋਈ ਹੈ। ਦੇਖੋ ਇਹਦੇ ਵਿੱਚ ਆਪਣੇ ਕੋਲ ਆਇਆ ਗਾ ਸੈਲਫ ਅਵੇਅਰਨੈਸ, ਸੋਸ਼ਲ ਅਵੇਅਰਨੈਸ, ਸੈਲਫ ਮੈਨੇਜਮੈਂਟ ਐਂਡ ਰਿਲੇਸ਼ਨਸ਼ਿਪ। ਓਕੇ, ਸੈਲਫ ਮੋਟੀਵੇਸ਼ਨ, ਸੈਲਫ ਅਵੇਅਰਨੈਸ, ਓਕੇ, ਸੈਲਫ ਮੈਨੇਜਮੈਂਟ ਐਂਡ ਰਿਲੇਸ਼ਨਸ਼ਿਪ ਮੈਨੇਜਮੈਂਟ। ਫਿਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ ਆਪਣੇ ਕੋਲ? ਸੈਲਫ ਅਵੇਅਰਨੈਸ, ਸੋਸ਼ਲ, ਪੁੱਛਿਆ ਕੀ ਹੈ ਵਿਚ ਆਫ ਦਾ ਫੋਲੋਇੰਗ ਰੀਪ੍ਰੈਜ਼ੈਂਟ ਦਾ 4 ਕਲਸਟਰ ਆਫ ਇਮੋਸ਼ਨ, ਠੀਕ ਹੈ। ਜਿਹੜੇ 4 ਕਲਸਟਰ ਇਮੋਸ਼ਨ ਦੇ ਕੋਲਮਨ ਨੇ ਪ੍ਰੋਵਾਈਡ ਕੀਤੇ ਸੀ ਉਹ ਕਿਹੜੇ ਹੈ? ਓਕੇ, ਸੈਲਫ ਅਵੇਅਰਨੈਸ, ਉਹਨਾਂ ਨੇ ਦਿੱਤੇ ਸੀ ਸੈਲਫ ਅਵੇਅਰਨੈਸ, ਸੈਲਫ ਸੋਸ਼ਲ ਅਵੇਅਰਨੈਸ, ਸੈਲਫ ਕਨਸੈਪਟ ਐਂਡ ਰਿਲੇਸ਼ਨਸ਼ਿਪ ਐਂਡ ਮੈਨੇਜਮੈਂਟ। ਇਹ ਆਪਣੇ ਕੋਲ ਆਈ ਥਿੰਕ ਇਸਦਾ ਜੋ ਆ ਜਾਏਗਾ, ਦੇਖੋ ਇਹਨਾਂ ਨੇ ਪ੍ਰੋਵਾਈਡ ਕੀਤੇ ਸੀ ਸੈਲਫ ਅਵੇਅਰਨੈਸ, ਸੋਸ਼ਲ ਸਕਿੱਲ ਸੀਗਾ, ਠੀਕ ਹੈ, ਔਰ ਇੱਕ ਆਪਣੇ ਕੋਲ ਸੈਲਫ ਰੈਗੂਲੇਸ਼ਨ ਸੀ, ਔਰ ਮੋਟੀਵੇਸ਼ਨ ਵੀ ਸੀ। ਤੇ ਆਪਣੇ ਕੋਲ ਮੋਟੀਵੇਸ਼ਨ ਕਿੱਥੇ ਕਿੱਥੇ ਮਿਲ ਰਿਹਾ? ਮੋਟੀਵੇਸ਼ਨ ਆਪਣੇ ਕੋਲ ਇਹ ਪਿਆ ਵਰਡ, ਠੀਕ ਹੈ, ਔਰ ਹੋਰ ਕਿੱਥੇ ਆ ਰਿਹਾ ਆਪਣੇ ਕੋਲ? ਇਹਦੇ ਵਿੱਚ ਆਪਣੇ ਕੋਲ ਮੋਟੀਵੇਸ਼ਨ ਨਹੀਂ ਆ ਰਿਹਾ, ਠੀਕ ਹੈ। ਸੋਸ਼ਲ ਸੈਲਫ ਕਨਸੈਪਟ, ਸੋਸ਼ਲ ਵੀ ਸੀ, ਸੈਲਫ ਕਨਸੈਪਟ ਵੀ ਸੀ। ਦੇਖੋ ਇਸਦਾ ਜੋ ਰਾਈਟ ਆਂਸਰ ਆਪਣੇ ਕੋਲ ਆਏਗਾ ਵੀ। ਉਹਨਾਂ ਨੇ ਮੋਟੀਵੇਸ਼ਨ ਦਿੱਤਾ ਸੀ, ਅਵੇਅਰਨੈਸ ਦਿੱਤਾ ਸੀਗਾ, ਸੋਸ਼ਲ ਅਵੇਅਰਨੈਸ ਵੀ ਦਿੱਤਾ ਸੀ, ਸੋਸ਼ਲ ਔਰ ਸੈਲਫ ਅਵੇਅਰਨੈਸ ਵੀ ਦਿੱਤਾ ਸੀ, ਸੈਲਫ ਰੈਗੂਲੇਟ ਵੀ ਦਿੱਤਾ ਸੀ। ਯਾਨੀ ਕਿ ਜਿਹੜਾ ਆਪਣੇ ਕੋਲ ਇੱਥੇ ਆਇਆ ਨਾ ਵਰਡ ਮੈਨੇਜਮੈਂਟ, ਇਹ ਸੈਲਫ ਰੈਗੂਲੇਟ ਹੀ ਹੈ, ਠੀਕ ਹੈ। ਤਾਂ ਇਹ ਚੀਜ਼ਾਂ ਇਸ ਕਰਕੇ ਦੇਖੋ ਇੱਥੋਂ ਹੀ ਆਪਣੇ ਕੋਲ ਆਂਸਰ ਨਿਕਲ ਗਿਆ, ਕਿਉਂਕਿ ਇਹਨਾਂ ਨੇ ਮੋਟੀਵੇਸ਼ਨ ਦਿੱਤਾ ਸੀ। ਉਸ ਤੋਂ ਬਾਅਦ ਆਪਣੇ ਕੋਲ ਹੈ ਵਿਚ ਅਸੈਸਮੈਂਟ ਟੈਕਨੀਕ ਇਜ਼ ਸਬਜੈਕਟਿਵ ਇਨ ਨੇਚਰ। ਓਕੇ, ਸਬਜੈਕਟਿਵ ਦੀ ਗੱਲ ਕੀਤੀ ਹੋਈ ਹੈ, ਤਾਂ ਸਬਜੈਕਟਿਵ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ, ਓਕੇ, ਕੁਇਜ, ਮਲਟੀਪਲ। ਦੇਖੋ ਇਹ ਕਿਤੇ ਨਾ ਕਿਤੇ ਕੁਐਸਚਨ ਡਾਊਟਫੁਲ ਹੈ, ਠੀਕ ਹੈ।
ਇਹ ਡਾਊਟ ਦੇ ਵਿੱਚ ਹੈ, ਕਿਉਂ? ਇਹਦੇ ਵਿੱਚ ਆਪਾਂ ਦੇਖੋ ਰੇਟਿੰਗ ਸਕੇਲ ਤਾਂ ਲੈ ਨਹੀਂ ਸਕਦੇ ਕਿਉਂਕਿ ਇਹ ਤਾਂ ਆਬਜੈਕਟਿਵ ਹੁੰਦਾ ਗਾ, ਠੀਕ ਹੈ? ਇਹ ਤਾਂ ਮੈਂ ਤੁਹਾਨੂੰ ਦੱਸ ਦਿੰਦਾ, ਇਹ ਤਾਂ ਆਬਜੈਕਟਿਵ ਹੁੰਦਾ ਰੇਟਿੰਗ ਸਕੇਲ। ਇਹਦੇ ਵਿੱਚ ਆਪਣੇ ਕੋਲ ਜੋ ਕਿ ਕੁਐਸ਼ਨੀਅਰ ਮੈਥਡ ਹੁੰਦਾ ਨਾ, ਇੱਕ ਹੁੰਦਾ ਕੁਐਸ਼ਨੀਅਰ ਮੈਥਡ, ਠੀਕ ਹੈ? ਜੋ ਕਿ ਕੁਐਸ਼ਨੀਅਰ ਮੈਥਡ ਹੁੰਦਾ, ਉਹ ਆਪਣੇ ਕੋਲ ਸਬਜੈਕਟਿਵ ਹੁੰਦਾ। ਦੇਖਿਆ ਜਾਵੇ ਤਾਂ ਆਬਜੈਕਟਿਵ ਟਾਈਪ ਵੀ ਇੱਕ ਕੁਐਸ਼ਨੀਅਰ ਮੈਥਡ ਹੈ, ਕੁਇਜ਼ ਵੀ ਕੁਐਸ਼ਨੀਅਰ ਮੈਥਡ ਹੈ ਔਰ ਮਲਟੀਪਲ ਟਾਈਪ ਵੀ ਕੁਐਸ਼ਨ ਮੈਥਡ। ਦੇਖੋ ਆਬਜੈਕਟਿਵ ਟਾਈਪ ਤੇ ਮਲਟੀਪਲ ਟਾਈਪ ਦੇ ਵਿੱਚ ਡਿਫਰੈਂਸ ਕੀ ਹੈ? ਮੀਨਜ਼ ਬਹੁ ਪ੍ਰਕਾਰ ਦੇ ਪ੍ਰਸ਼ਨ ਔਰ ਕਹਿ ਰਿਹਾ ਵਸਤੂ। ਦੇਖੋ ਐਮਸੀਕਿਊ ਦੇ ਵਿੱਚ ਵੀ ਆਪਣੇ ਕੋਲ ਆਪਸ਼ਨ ਹੁੰਦੇ ਆ ਔਰ ਆਬਜੈਕਟਿਵ ਟਾਈਪ ਦੇ ਵਿੱਚ ਵੀ ਆਪਣੇ ਕੋਲ ਆਪਸ਼ਨ ਹੀ ਹੁੰਦੇ ਆ। ਤਾਂ ਫਿਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੋ ਗਿਆ? ਮੇਰੇ ਹਿਸਾਬ ਨਾਲ ਇਹ ਕੁਐਸਚਨ ਡਾਊਟਫੁਲ ਹੈ, ਬਟ ਫਿਰ ਵੀ ਅਗਰ ਇਸਦਾ ਆਂਸਰ ਦੀ ਗੱਲ ਕਰੀਏ ਤਾਂ ਕੁਇਜ਼ ਹੋ ਸਕਦਾ ਗਾ, ਠੀਕ ਹੈ? ਕੁਇਜ਼ ਹੋ ਸਕਦਾ ਇਸਦਾ ਆਂਸਰ, ਬਾਕੀ ਫਿਰ ਵੀ ਚੈੱਕ ਕਰ ਲਿਓ, ਮੈਂ ਇਸ ਆਂਸਰ ਦੇ ਪ੍ਰਤੀ ਸ਼ੋਰ ਨਹੀਂ ਹਾਂ। ਅੱਗੇ ਆਪਣੇ ਕੋਲ ਤਾਂ ਬੈਸਟ ਚਾਈਲਡ ਸੈਂਟਰਡ ਅਪਰੋਚ ਦੀ ਗੱਲ ਕੀਤੀ ਗਈ ਹੈ। ਜਿਹੜਾ ਬੈਸਟ ਚਾਈਲਡ ਸੈਂਟਰਡ ਅਪਰੋਚ ਹੈ, ਕਨਸੈਪਟ ਹੋ ਗਿਆ, ਲੈਕਚਰ ਹੋ ਗਿਆ, ਇਨਕੁਆਇਰੀ ਹੈ। ਦੇਖੋ ਇਸਦਾ ਆਏਗਾ ਪ੍ਰੋਜੈਕਟ ਬੇਸਡ ਲਰਨਿੰਗ, ਇਸਦਾ ਜੋ ਕਿ ਸੀ ਹੈ ਉਹ ਰਾਈਟ ਆਂਸਰ ਆਏਗਾ ਕਿਉਂਕਿ ਇਹ ਕਿਲਪੈਟਰਿਕ ਨੇ ਪ੍ਰੋਵਾਈਡ ਕੀਤਾ ਸੀ, ਕਿਲਪੈਟਰਿਕ ਨੇ, ਠੀਕ ਹੈ? ਇਹ ਕਿਲਪੈਟਰਿਕ ਨੇ ਪ੍ਰੋਵਾਈਡ ਕੀਤਾ ਸੀਗਾ ਪ੍ਰੋਜੈਕਟ, ਜੋ ਕਿ ਜੌਨ ਡੀਵੀ ਦੇ ਸਟੂਡੈਂਟ ਰਹੇ ਆ ਕਿਲਪੈਟਰਿਕ, ਠੀਕ ਹੈ? ਤਾਂ ਜੌਨ ਡੀਵੀ ਨੇ ਲਰਨਿੰਗ ਬਾਈ ਡੂਇੰਗ ਮੈਥਡ ਦਿੱਤਾ ਸੀ ਔਰ ਇਹਨਾਂ ਨੇ ਪ੍ਰੋਜੈਕਟ ਬੇਸਡ ਲਰਨਿੰਗ ਦਿੱਤਾ ਸੀ, ਓਕੇ? ਤਾਂ ਇਹਦਾ ਸੀ ਸਹੀ ਰਹੇਗਾ। ਉਸ ਤੋਂ ਬਾਅਦ ਹੈ ਰੈਸੀਪ੍ਰੋਕਲ ਡਿਟਰਮਿਨਿਜ਼ਮ ਮਾਡਲ, ਅਲਬਰਟ ਬੰਡੂਰਾ, ਓਕੇ? ਅਲਬਰਟ ਬੰਡੂਰਾ ਨਾਲ ਰਿਲੇਟ ਕਰਦਾ। ਦੇਖੋ ਅਲਬਰਟ ਬੰਡੂਰਾ ਨੇ ਐਸਐਲਟੀ ਥਿਊਰੀ ਦਿੱਤੀ ਸੀ, ਸੋਸ਼ਲ ਲਰਨਿੰਗ ਥਿਊਰੀ, ਔਰ ਇਹਨਾਂ ਨੇ ਉਹਦੇ ਵਿੱਚ ਬਿਹੇਵੀਅਰ ਵਰਡ ਵੀ, ਬਿਹੇਵੀਅਰ ਮੀਨਜ਼ ਵਿਵਹਾਰਾਂ ਨੂੰ ਵੀ ਸਿਖਾਇਆ ਸੀ ਔਰ ਇੱਕ ਵਿਅਕਤੀਗਤ ਵੀ ਸੀਗੀ ਉਹ, ਠੀਕ ਹੈ? ਮੀਨਜ਼ ਬੱਚੇ ਤੇ ਪ੍ਰਯੋਗ ਕੀਤਾ ਸੀ ਔਰ ਇਨਵਾਇਰਮੈਂਟ ਨਾਲ ਵੀ ਜੋੜਿਆ ਸੀ। ਇਸਦਾ ਆ ਜਾਏਗਾ ਜੈਨੇਟਿਕ, ਕਿਉਂਕਿ ਇਹਨਾਂ ਦੇ ਵਿੱਚ ਆਪਸ਼ਨ ਦੇ ਕੁਐਸਚਨ ਦੇ ਵਿੱਚ ਪੁੱਛਿਆ ਛੱਡ ਕੇ ਕਿਹੜੇ ਨੂੰ ਆਪਾਂ ਛੱਡਣਾ ਹੈ, ਠੀਕ ਹੈ? ਐਕਸੈਪਸ਼ਨਲ, ਤਾਂ ਐਕਸੈਪਸ਼ਨਲ ਕੇਸ ਆਪਣੇ ਕੋਲ ਜੈਨੇਟਿਕ ਰਹੇਗਾ। ਅੱਗੇ ਆਪਣੇ ਕੋਲ ਕਹਿ ਰਿਹਾ ਹੈ ਡੈਸ਼ ਇੱਕ ਕਲਾਸਰੂਮ ਹੈ ਜਿਸ ਵਿੱਚ ਵੱਖੋ ਵੱਖ ਸੱਭਿਆਚਾਰ ਪਿਛੋਕੜ ਵਾਲੇ ਵਿਦਿਆਰਥੀ, ਠੀਕ ਹੈ, ਇੱਕ ਸਾਂਝੇ ਟੀਚੇ ਤੱਕ ਪਹੁੰਚਣ ਲਈ ਇੱਕ ਪ੍ਰੋਜੈਕਟ ਦੇ ਵੱਖ ਵੱਖ ਭਾਗ ਕਰਕੇ ਸਹਿਯੋਗ ਕਰਦੇ ਹਨ। ਤਾਂ ਦੇਖੋ ਸਿੰਪਲ ਕੁਐਸਚਨ ਹੈ, ਇਹ ਆਪਣੇ ਕੋਲ ਗਰੁੱਪ ਕਲਾਸਰੂਮ ਆ ਜਾਏਗਾ। ਜਦੋਂ ਬੱਚੇ ਗਰੁੱਪ ਦੇ ਵਿੱਚ ਰਹਿ ਕੇ ਪੜ੍ਹਦੇ ਹਾਂ ਤਾਂ ਉਹ ਇਹੀ ਆਪਣੇ ਕੋਲ ਲਗਭਗ ਆਪਾਂ ਆਂਸਰ ਚੂਜ਼ ਕਰਦੇ ਹਾਂ, ਠੀਕ ਹੈ? ਪੇਅਰ ਸ਼ੇਅਰ ਵਗੈਰਾ ਕੁਛ ਨਹੀਂ ਲਗਾਉਣਾ ਆਪਾਂ ਇੱਥੇ, ਪੇਅਰ ਸ਼ੇਅਰ ਜੀਕਸਾ ਵਗੈਰਾ, ਠੀਕ ਹੈ? ਇਸਦਾ ਆ ਜਾਏਗਾ ਗਰੁੱਪ ਕਲਾਸਰੂਮ, ਕਿਉਂਕਿ ਬੱਚੇ ਗਰੁੱਪਾਂ ਦੇ ਵਿੱਚ, ਆਪਾਂ ਬੱਚਿਆਂ ਨੂੰ ਗਰੁੱਪ ਦੇ ਵਿੱਚ ਡਿਵਾਈਡ ਕਰਕੇ, ਤਾਂ ਉਹ ਕੀ ਹੈ, ਇਹ ਮੀਨਜ਼ ਕਿਸੇ ਵੀ ਚੀਜ਼ ਨੂੰ ਸਿੱਖਦੇ ਆ, ਮੀਨਜ਼ ਜੋ ਸਿੱਖਣਾ ਹੋ ਗਿਆ ਉਹ ਇੱਕ ਸਾਂਝਾ ਟੀਚਾ ਹੁੰਦਾ ਉਹਨਾਂ ਦਾ, ਠੀਕ ਹੈ? ਅੱਗੇ ਆ ਗਿਆ ਦਾ ਐਰਿਕ ਅਰਿਕਸਨ ਥਿਊਰੀ, ਓਕੇ? ਐਰਿਕ ਅਰਿਕਸਨ ਨੇ ਤੁਹਾਨੂੰ ਪਤਾ ਕਿ 8 ਪੜ੍ਹਾ ਦਿੱਤੇ ਸੀ, ਆਪਸ਼ਨ ਦੇ ਵਿੱਚ ਕੀ ਕਿਹਾ ਗਾ? ਡਿਵੈਲਪਮੈਂਟ ਕਮਸ ਅੰਡਰ, ਠੀਕ ਹੈ? ਥੋੜਾ ਟਿਪੀਕਲ ਤਰੀਕੇ ਨਾਲ ਕੁਐਸਚਨ ਪੁੱਛਿਆ ਗਿਆ ਕਿ ਐਰਿਕ ਅਰਿਕਸਨ ਥਿਊਰੀ ਹੈ ਜਿਹੜੀ ਡਿਵੈਲਪਮੈਂਟ ਦੀ, ਉਹ ਉਸਦੀ ਥਿਊਰੀ ਦਾ ਨਾਂ ਤਾਂ ਤੁਹਾਨੂੰ ਪਏਗਾ, ਉਸਦੀ ਥਿਊਰੀ ਦਾ ਨਾਂ ਸੀਗਾ ਸਾਈਕੋ ਸੋਸ਼ੀਓ ਥਿਊਰੀ, ਠੀਕ ਹੈ? ਇਹ ਮੈਂ ਲਿਖ ਦਿੰਦਾ ਗਾ, ਸਾਈਕੋ ਸੋਸ਼ੀਓ ਥਿਊਰੀ, ਠੀਕ ਹੈ? ਸਾਈਕੋ ਸੋਸ਼ੀਓ ਥਿਊਰੀ ਸੀ। ਤਾਂ ਇਹ ਕਿਹੜੇ ਮਤਲਬ ਕਿ ਕਿਸ ਦੇ ਅਧੀਨ ਆਉਂਦੀ ਹੈ, ਕਿਸ ਦੇ ਅੰਡਰ ਆਉਂਦੀ ਹੈ? ਓਕੇ, ਸਾਈਕੋ ਐਨਾਲਿਟੀਕਲ ਪੁੱਛਿਆ। ਦੇਖੋ ਕੋਗਨੀਟਿਵ ਤਾਂ ਆਪਾਂ ਇਹਦੇ ਵਿੱਚ ਲੈ ਨਹੀਂ ਸਕਦੇ, ਇਹਦੇ ਵਿੱਚ ਆਪਾਂ ਐਲੀਮੀਨੇਟ ਕਰਨ ਦੀ ਕੋਸ਼ਿਸ਼ ਕਰਾਂਗੇ। ਕੋਗਨੀਟਿਵ ਦੇ ਵਿੱਚ ਤਾਂ ਤੁਹਾਨੂੰ ਪਤਾ ਗਾ ਬਰੂਨਰ ਦਾ ਸਿਧਾਂਤ ਆ ਜਾਂਦਾ, ਠੀਕ ਹੈ? ਪਿਆਜੇ ਦਾ ਸਿਧਾਂਤ ਆ ਜਾਂਦਾ। ਕੰਸਟਰਕਟਿਵ ਥਿਊਰੀ ਦੀ ਗੱਲ ਕਰੀਏ ਤਾਂ ਕੰਸਟਰਕਟਿਵ ਥਿਊਰੀ ਦੇ ਵਿੱਚ ਆਪਣੇ ਕੋਲ, ਕੰਸਟਰਕਟਿਵਿਸਟ ਥਿਊਰੀ ਦੇ ਵਿੱਚ ਪਿਆਜੇ ਦਾ ਸਿਧਾਂਤ ਆ ਜਾਂਦਾ, ਬਰੂਨਰ ਦਾ ਸਿਧਾਂਤ ਆ ਜਾਂਦਾ ਔਰ ਵਿਗੋਸਕੀ ਦਾ ਵੀ ਸਿਧਾਂਤ ਆ ਜਾਂਦਾ, ਠੀਕ ਹੈ? ਤਾਂ ਇਹ ਵੀ ਨਹੀਂ, ਆਪਾਂ ਦੋ ਤਾਂ ਆਪਾਂ ਐਲੀਮੀਨੇਟ ਕਰਦੇ। ਬਿਹੇਵਰਿਸਟ ਥਿਊਰੀ ਵੀ ਨਹੀਂ ਆਪਾਂ ਇਹਦੇ ਵਿੱਚ ਰੱਖਾਂਗੇ, ਕਿਉਂਕਿ ਜੋ ਬਿਹੇਵਰਿਸਟ ਥਿਊਰੀ ਹੈ ਇਹਦੇ ਵਿੱਚ ਤੁਹਾਨੂੰ ਪਤਾ ਗਾ ਕਿ ਆਈਪੀ ਪੈਬਲੋ ਹੋ ਗਿਆ, ਬੀਐਫ ਸਕਿਨਰ ਹੋ ਗਿਆ ਔਰ ਤੁਹਾਡਾ ਇਹ ਐਲਬਰਟ ਬੰਡੂਰਾ ਸੋਸ਼ਲ ਲਰਨਿੰਗ ਥਿਊਰੀ ਜਿਨ੍ਹਾਂ ਨੇ ਪ੍ਰੋਵਾਈਡ ਕੀਤੀ ਸੀ, ਹੈ ਨਾ? ਕਰਟ ਲੈਵਿਨ ਦਾ ਫੀਲਡ ਥਿਊਰੀ ਹੋ ਗਈ, ਇਹ ਜ਼ਿਆਦਾਤਰ ਬਿਹੇਵਰਿਸਟ ਸੀਗੇ, ਜਾਂ ਜੇਬੀ ਵਾਟਸਨ ਹੋ ਗਿਆ, ਹੈ ਨਾ? ਤਾਂ ਇਸ ਕਰਕੇ ਇਸਦਾ ਜੋ ਰਾਈਟ ਆਂਸਰ ਰਹੇਗਾ ਆਪਣੇ ਕੋਲ ਸਾਈਕੋ ਐਨਾਲਿਟੀਕਲ ਥਿਊਰੀ ਆ ਜਾਏਗਾ। ਐਕਚੁਅਲੀ ਜੋ ਸਾਈਕੋ ਐਨਾਲਿਸਿਸ ਸੀਗੇ ਉਹ ਸੀਗੇ ਸਿਗਮੰਡ ਫਰਾਇਡ, ਠੀਕ ਹੈ? ਸਿਗਮੰਡ ਫਰਾਇਡ ਨੂੰ ਵੀ ਕਹਿ ਦਿੰਦੇ ਆ ਕਿ ਉਹਨਾਂ ਨੇ ਸਾਈਕੋ ਐਨਾਲਿਟੀਕਲ ਥਿਊਰੀ ਪ੍ਰੋਵਾਈਡ ਕੀਤੀ ਸੀ। ਉਹਨਾਂ ਦੀ ਥਿਊਰੀ ਦਾ ਨਾਮ ਸੀ ਸਾਈਕੋ ਸੈਕਸ਼ੂਅਲ ਥਿਊਰੀ। ਇਹ ਤੁਹਾਡੀ ਜਨਰਲ ਨੌਲੇਜ ਵਾਸਤੇ ਹੈ, ਔਰ ਜੋ ਇਸਦਾ ਰਾਈਟ ਆਂਸਰ ਆਪਣੇ ਕੋਲ ਰਹੇਗਾ ਉਹ ਸਾਈਕੋ ਐਨਾਲਿਟੀਕਲ ਹੀ ਰਹੇਗਾ। ਅੱਗੇ ਆਪਣੇ ਕੋਲ ਨੈਕਸਟ ਕੁਐਸਚਨ ਹੈ ਥਰਸਟਨ ਗਰੁੱਪ। ਦੇਖੋ ਥਰਸਟਨ ਦੀ ਥਿਊਰੀ ਦਾ ਨਾਮ ਸੀਗਾ ਮਲਟੀ ਫੈਕਟਰ ਥਿਊਰੀ, ਠੀਕ ਹੈ? ਜੋ ਕਿ ਇਹਨਾਂ ਨੇ ਇੰਟੈਲੀਜੈਂਸੀ ਨਾਲ ਰਿਲੇਟ ਕਰਕੇ ਥਿਊਰੀ ਦਿੱਤੀ ਸੀ, ਮਲਟੀ ਫੈਕਟਰ ਥਿਊਰੀ ਇਹਨਾਂ ਨੇ ਦਿੱਤੀ ਸੀ। ਔਰ ਇਹਨਾਂ ਨੇ ਆਪਣੀ ਥਿਊਰੀ ਦੇ ਵਿੱਚ ਇੰਟੈਲੀਜੈਂਸੀ ਨੂੰ 7 PMA ਕਿਹਾ ਸੀਗਾ, ਠੀਕ ਹੈ? 7 PMA ਕਿਹਾ ਸੀ, ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਕਿਹਾ ਸੀਗਾ, ਕਿ ਇਹ ਪ੍ਰਾਥਮਿਕ ਮਾਨਸਿਕ ਯੋਗਤਾਵਾਂ ਹੁੰਦੀਆਂ ਨੇ, ਓਕੇ? ਤੇ ਇਹਨਾਂ ਨੇ 7 ਯੋਗਤਾਵਾਂ ਦਿੱਤੀਆਂ ਸੀ ਔਰ ਕਿਹਾ ਕਿ ਹੇਠਾਂ ਵਿੱਚੋਂ ਕਿਹੜਾ ਸ਼ਾਮਿਲ ਨਹੀਂ ਹੈ, ਕਿਹੜਾ ਸ਼ਾਮਿਲ ਨਹੀਂ ਹੈ? ਨੂਮੈਰੀਕਲ ਐਬਿਲਿਟੀ ਉਹਨਾਂ ਨੇ ਦਿੱਤੀ ਸੀ, ਵਰਡ ਫਲੂਐਂਸੀ ਵੀ ਉਹਨਾਂ ਨੇ ਚੂਜ਼ ਕੀਤੀ ਸੀ, ਓਕੇ? ਮੈਮਰੀ ਵੀ ਉਹਨਾਂ ਨੇ ਐਬਸਟਰੈਕਟ ਥਿੰਕਿੰਗ ਨਹੀਂ ਰੱਖੀ ਸੀ, ਠੀਕ ਹੈ? ਕਿਉਂਕਿ ਉਹਨਾਂ ਨੇ 7 ਪ੍ਰਾਇਮਰੀ ਮੈਂਟਲ ਐਬਿਲਿਟੀਜ਼ ਦੇ ਵਿੱਚ ਐਬਸਟਰੈਕਟ ਥਿੰਕਿੰਗ ਨਹੀਂ ਰੱਖੀ, ਇਸ ਕਰਕੇ ਇਸਦਾ ਰਾਈਟ ਆਂਸਰ ਆਪਣੇ ਕੋਲ ਡੀ ਰਹਿ ਜਾਏਗਾ। ਅੱਗੇ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ 50 ਨੰਬਰ ਕੁਐਸਚਨ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਅ ਪਾਰਟ ਆਫ ਫੈਕਟਰ ਥਿਊਰੀ, ਓਕੇ? ਜੋ ਕਿ ਫੈਕਟਰ ਥਿਊਰੀ ਹੈ ਇੰਟੈਲੀਜੈਂਸੀ ਦੀ, ਉਹਦਾ ਪਾਰਟ ਨਹੀਂ ਹੈ, ਠੀਕ ਹੈ? ਮੀਨਜ਼ ਆਪਾਂ ਨੇ ਇਹਦੇ ਵਿੱਚ ਇਹੋ ਜਿਹਾ ਕਨਸੈਪਟ ਚੂਜ਼ ਕਰਨਾ ਜਿਹਦੇ ਵਿੱਚ ਇੰਟੈਲੀਜੈਂਸੀ ਨੂੰ ਇੱਕ ਕਾਰਕ ਨਹੀਂ ਮੰਨਿਆ, ਇੱਕ ਫੈਕਟਰ ਨਹੀਂ ਮੰਨਿਆ ਗਿਆ, ਠੀਕ ਹੈ? ਅਗਰ ਮੈਂ ਸਟਰਨਬਰਗ ਦੀ ਗੱਲ ਕਰਾਂ ਤਾਂ ਉਹਨਾਂ ਨੇ ਟਰਾਈ ਆਰਟਿਕ ਥਿਊਰੀ ਦਿੱਤੀ ਸੀਗੀ ਔਰ ਇੱਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹ ਕਾਰਕ ਹੋ ਸਕਦੇ ਆ, ਬਟ ਅਗਰ ਥਰਸਟਨ ਦੀ ਗੱਲ ਕਰਾਂ ਤਾਂ ਇਹਨਾਂ ਨੇ ਐਬਿਲਿਟੀਜ਼ ਕਿਹਾ ਸੀਗਾ, ਯੋਗਤਾਵਾਂ ਕਿਹਾ ਸੀ। ਗਿਲਫੋਰਡ ਦੀ ਗੱਲ ਕਰੀਏ ਤਾਂ ਗਿਲਫੋਰਡ ਨੇ ਵੀ 3 ਡਾਇਮੈਂਸ਼ਨਲ ਥਿਊਰੀ ਦਿੱਤੀ ਸੀ ਔਰ ਬਰਨਨ ਨੇ ਹੇਰਾਰਕੀਕਲ ਥਿਊਰੀ ਦਿੱਤੀ ਸੀਗੀ, ਓਕੇ? ਇਹਨਾਂ ਨੇ ਵੀ ਯਾਨੀ ਕਿ ਇੱਕ, ਦੇਖੋ ਇਸਦਾ ਜੋ ਮੇਰੇ ਅਕੋਰਡਿੰਗ ਰਾਈਟ ਆਂਸਰ ਹੋ ਸਕਦਾ ਬਰਨਨ ਹੇਰਾਰਕੀਕਲ ਥਿਊਰੀ ਹੋ ਸਕਦਾ ਗਾ, ਬਟ ਫਿਰ ਵੀ ਤੁਸੀਂ ਇਹ ਚੈੱਕ ਕਰ ਲਿਓ, ਮੈਂ ਇਸ ਦੇ ਲਈ ਸ਼ੋਰ ਨਹੀਂ ਹੈ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਜੋ ਵੀ ਮੀਨਜ਼ ਜੋ ਮੇਰੇ ਆਊਟ ਆਫ ਮਾਈਂਡ ਹੈ, ਜੋ ਚੀਜ਼ ਮੈਂ ਉਹਦੇ ਪ੍ਰਤੀ ਸ਼ੋਰ ਨਹੀਂ ਹਾਂ, ਤਾਂ ਮੈਂ ਤੁਹਾਨੂੰ ਐਵੇਂ ਨਹੀਂ ਉਹ ਕਰ ਸਕਦਾ ਵੀ ਤੁਸੀਂ ਇਸਦਾ ਮੀਨਜ਼ ਬਰਨਨ ਹੀ ਰੱਖਿਓ, ਇਸਦਾ ਵੈਸੇ ਕੋਈ ਵੀ ਆ ਸਕਦਾ, ਲੇਕਿਨ ਮੇਰੇ ਅਕੋਰਡਿੰਗ ਸਟਰਨਬਰਗ, ਥਰਸਟਨ ਔਰ ਗਿਲਫੋਰਡ, ਕਿਉਂਕਿ ਇਹਨਾਂ ਨੇ ਕਨਸੈਪਟ ਚੱਕੇ ਸੀ ਔਰ ਇਹਨਾਂ ਨੇ ਜੋ ਐਬਿਲਿਟੀਜ਼ ਪ੍ਰੋਵਾਈਡ ਕੀਤੀਆਂ ਸੀ ਉਹਨਾਂ ਨੂੰ ਆਪਾਂ ਇੱਕ ਤਰੀਕੇ ਨਾਲ ਫੈਕਟਰ ਮੰਨ ਸਕਦੇ ਹਾਂ, ਠੀਕ ਹੈ? ਲੇਕਿਨ ਬਰਨਨ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਹੇਰਾਰਕੀਕਲ ਪ੍ਰੋਵਾਈਡ ਕੀਤਾ, ਹੈ ਨਾ? ਤਾਂ ਉਹ ਥੋੜਾ ਅਲੱਗ ਲੈਵਲ ਤੇ ਹੋ ਸਕਦਾ, ਇਸ ਕਰਕੇ ਮੈਂ ਇਸਦਾ ਵੀ ਚੂਜ਼ ਕਰਾਂਗਾ, ਬਟ ਫਿਰ ਵੀ ਤੁਸੀਂ ਦੇਖ ਲਿਓ। 51 ਦੀ ਆਪਾਂ ਗੱਲ ਕਰ ਲੈਂਦੇ ਹਾਂ, ਸਟੈਨਫੋਰਡ ਬਿਨੇ ਸਕੇਲ। ਦੇਖੋ ਇਹ ਸਿੰਪਲ ਹੈ, ਸਟੈਨਫੋਰਡ ਬਿਨੇ ਸਕੇਲ ਸੀ
ਉਹ ਵਰਬਲ ਤਾਂ ਸੀ ਉਹਦੇ ਨਾਲ ਇੰਡੀਵਿਜੂਅਲ ਸੀ, ਮੀਨਸ ਇੱਕ ਟਾਈਮ ਤੇ ਆਪਾਂ ਇੱਕ ਹੀ ਬੱਚੇ ਦੀ ਜੋ ਕਿ ਇੰਟੈਲੀਜੈਂਸੀ ਸੀ ਉਹਨੂੰ ਟੈਸਟ ਕਰ ਸਕਦੇ ਸੀ। ਤਾਂ ਇਹ ਇੰਡੀਵਿਜੂਅਲ ਵਰਬਲ ਟੈਸਟ ਦੇ ਵਿੱਚ ਚਲਿਆ ਜਾਏਗਾ। ਇਸ ਦਾ ਰਾਈਟ ਆਂਸਰ ਆਏਗਾ ਸੀ, ਇੰਡੀਵਿਜੂਅਲ ਵਰਬਲ ਟੈਸਟ। ਤਾਂ ਆਪਣੇ ਕੋਲ ਜੋ ਅੱਗੇ ਕੁਐਸਚਨ ਹੈ ਉਹ ਪੁੱਛਿਆ ਇਹਨਾਂ ਨੇ, ਟਰਮਨ ਡਿਫਾਈਨ ਇੰਟੈਲੀਜੈਂਸੀ ਇਨ ਟਰਮ ਆਫ। ਤਾਂ ਟਰਮਨ ਨੇ ਜੋ ਕਿ ਇੰਟੈਲੀਜੈਂਸੀ ਹੈ ਡਿਫਾਈਨ ਕੀਤੀ ਸੀ, ਉਹ ਕਿਹੜੀ ਟਰਮ ਦੇ ਵਿੱਚ ਡਿਫਾਈਨ ਕੀਤੀ ਸੀ? ਫੈਕਚੁਅਲ ਕੁਐਸਚਨ ਹੈ, ਐਬਿਲਿਟੀ ਟੂ ਥਿੰਕ ਇਨ ਐਬਸਟਰੈਕਟ ਟਰਮ, ਠੀਕ ਹੈ। ਤਾਂ ਐਬਸਟਰੈਕਟ ਟਰਮ ਆਪਣੇ ਕੋਲ ਇਸ ਦਾ ਹੀ ਰਾਈਟ ਆਂਸਰ ਆਏਗਾ। ਹੂ ਗੇਵ ਦਾ ਕੰਸੈਪਟ ਆਫ ਕਿੰਡਰਗਾਰਟਨ, ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਜੋ ਕਿ ਫਰੈਵਲ ਸੀਗਾ, ਉਹਨਾਂ ਨੇ ਇਹ ਆਪਣੇ ਕਿੰਡਰਗਾਰਟਨ ਜੋ ਸਕੂਲ ਸੀਗਾ ਉਹ ਪ੍ਰੋਵਾਈਡ ਕੀਤਾ ਸੀ। ਔਰ ਜੌਨ ਡੀ ਵੀ ਲਰਨਿੰਗ ਬਾਈ ਡੂਇੰਗ ਮੈਥਡ, ਹਰਬਰਟ ਸਪੈਂਸਰ ਜੋ ਲੈਸਨ ਪਲਾਨ ਸੀ, ਠੀਕ ਹੈ। ਅੱਗੇ ਆਪਣੇ ਕੋਲ ਦਾ ਕਰੈਕਟ ਸੀਕੁਐਂਸ ਆਫ ਕੈਟੇਗਰੀ ਆਫ ਲਰਨਿੰਗ ਆਊਟਕਮਸ ਇਨ ਅਫੈਕਟਿਵ ਡੋਮੇਨ, ਜੋ ਕਿ ਅਫੈਕਟਿਵ ਡੋਮੇਨ ਹੈ ਉਹਦੇ ਵਿੱਚ ਆਪਣੇ ਕੋਲ ਦੇਖੋ ਪਹਿਲਾਂ ਆਉਂਦਾ ਗਾ ਰਿਸੀਵਿੰਗ, ਫਿਰ ਰਿਸਪੋਂਡਿੰਗ, ਓਕੇ, ਵੈਲਿਊ, ਆਰਗੇਨਾਈਜੇਸ਼ਨ ਐਂਡ ਕਰੈਕਟਰਾਈਜੇਸ਼ਨ। ਦੇਖੋ ਜੋ ਏ ਇਸ ਦਾ ਇਹ ਰਾਈਟ ਆਂਸਰ ਰਹਿ ਜਾਏਗਾ। ਔਰ ਆਪਾਂ ਥੋੜ੍ਹੇ ਇਹ ਵੀ ਦੇਖ ਲਈਏ, ਰਿਸੀਵਿੰਗ, ਰਿਸਪੋਂਡਿੰਗ, ਆਰਗੇਨਾਈਜੇਸ਼ਨ, ਇਹ ਤਾਂ ਨਹੀਂ ਆਏਗਾ ਆਪਣੇ ਕੋਲ। ਰਿਸੀਵਿੰਗ, ਰਿਸਪੋਂਡਿੰਗ, ਆਰਗੇਨਾਈਜੇਸ਼ਨ, ਕਰੈਕਟਰ ਐਂਡ ਵੈਲਿਊ, ਇਹ ਵੀ ਨਹੀਂ ਆਏਗਾ ਆਪਣੇ ਕੋਲ। ਰਿਸੀਵਿੰਗ, ਰਿਸਪੋਂਡਿੰਗ, ਵੈਲਿਊ, ਆਰਗੇਨਾਈਜੇਸ਼ਨ ਐਂਡ ਕਰੈਕਟ, ਇਹ ਕਿਵੇਂ ਹੋ ਸਕਦਾ? ਸੇਮ ਕਿਵੇਂ? ਏ ਔਰ ਸੀ ਦੇਖੋ ਤੁਸੀਂ ਦੇਖ ਸਕਦੇ ਹੋ, ਏ ਔਰ ਸੀ ਆਪਣੇ ਕੋਲ ਸੇਮ ਹੈ ਨਾ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਵੀ ਥੋੜ੍ਹਾ ਦੇਖ ਲਈਏ, ਪ੍ਰਾਪਤ, ਜਵਾਬ, ਮੁੱਲ, ਸੰਗਠਨ ਔਰ ਵਿਸ਼ੇਸ਼ਤਾ। ਪ੍ਰਾਪਤ, ਜਵਾਬ, ਮੁੱਲ, ਸੰਗਠਨ ਔਰ ਵਿਸ਼ੇਸ਼ਤਾ। ਇਹ ਤੁਹਾਨੂੰ ਇਸ ਕੁਐਸਚਨ ਦੀ ਗ੍ਰੇਸ ਮਿਲ ਸਕਦੀ ਹੈ ਜੀ, ਠੀਕ ਹੈ। ਤਾਂ ਇਹ ਕੁਐਸਚਨ ਦੇ ਵਿੱਚ ਜਿਹੜੇ ਆਪਣੇ ਕੋਲ ਦੋ ਆਪਸ਼ਨ ਹੈ ਇਹ ਦੋਨੋਂ ਸੇਮ ਦੇ ਰੱਖੇ ਆ, ਠੀਕ ਹੈ। ਔਰ ਇਸ ਦਾ ਏ ਜਾਂ ਸੀ ਦੋਨਾਂ ਦੇ ਵਿੱਚੋਂ ਇੱਕ ਹੋ ਸਕਦਾ, ਕਿਉਂਕਿ ਦੋਨੇ ਹੀ ਸੇਮ ਹੈ। ਅੱਗੇ ਆਪਣੇ ਕੋਲ ADHD ਹੈ, ਇਸ ਦਾ ਫੁੱਲ ਫਾਰਮ ਪੁੱਛੀ ਹੋਈ ਹੈ। ਤਾਂ ਇਹ ਸੀਗਾ ਅਟੈਂਸ਼ਨ ਇਹ ਹੋਏਗਾ ਅਟੈਂਸ਼ਨ ਡਿਸਆਰਡਰ ਐਂਡ ਹਾਈਪਰ ਐਕਟੀਵਿਟੀ ਡੈਫੀਸ਼ਿਟ, ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ। ਇਸ ਦਾ ਆਏਗਾ ਆਪਣੇ ਕੋਲ ਡੈਫੀਸ਼ੈਂਸੀ ਡੈਫੀਸ਼ਿਟ, ਇਸ ਦਾ ਆਈ ਥਿੰਕ ਸੀ ਇਸ ਦਾ ਰਾਈਟ ਆਂਸਰ ਰਹਿ ਜਾਏਗਾ, ਠੀਕ ਹੈ। ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ, ਠੀਕ ਹੈ। ਅਟੈਂਸ਼ਨ ਡੈਫੀਸ਼ਿਟ ਹਾਈਪਰ ਐਕਟੀਵਿਟੀ ਡਿਸਆਰਡਰ, ਓਕੇ। ਔਰ ਅੱਗੇ ਆਪਣੇ ਕੋਲ ਹੈ ਡੈਸ਼ ਆਰ ਪ੍ਰੋਬਲਮ ਇਨ ਪ੍ਰੋਨਾਊਂਸਿੰਗ ਸਾਊਂਡ ਕਰੈਕਟਲੀ। ਇਹ ਲੈਂਗੁਏਜ ਡਿਸਆਰਡਰ ਹੋ ਸਕਦਾ ਕਿ ਜਦੋਂ ਬੋਲਣ ਤੋਂ ਉਸਨੂੰ ਪ੍ਰੋਨਾਊਂਸ ਕਰਨ ਤੋਂ ਕੁਝ ਜੋ ਸਾਊਂਡ ਹੈ, ਠੀਕ ਹੈ, ਕਰੈਕਟਲੀ ਸਾਊਂਡ ਨੂੰ ਪ੍ਰੋਨਾਊਂਸ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਤਾਂ ਇਹ ਆਪਾਂ ਫਲੂਐਂਸੀ ਤਾਂ ਬਿਲਕੁਲ ਵੀ ਨਹੀਂ ਲਗਾਵਾਂਗੇ, ਠੀਕ ਹੈ। ਇਹ ਆਪਣੇ ਕੋਲ ਬੀ ਜਾਂ ਡੀ ਹੋ ਸਕਦਾ ਇਸ ਦਾ, ਠੀਕ ਹੈ। ਇਸ ਦਾ ਆਏਗਾ ਡੀ, ਲੈਂਗੁਏਜ ਡਿਸਆਰਡਰ। ਅੱਗੇ ਆਪਣੇ ਕੋਲ ਹੈ ਸਿੱਖਣ ਦੀ ਦਿਮਾਗੀ ਅਧਰੰਗ ਤੋਂ ਪੀੜਤ ਬੱਚੇ ਜਿਹੜੇ ਹੁੰਦੇ ਆ, ਸਿੱਖਣ ਦੀ ਸਹੂਲਤ ਲਈ ਇੱਕ ਅਧਿਆਪਕ ਕੀ ਕਰ ਰਿਹਾ? ਵਿਕਲਪਿਕ ਕੀਬੋਰਡ ਦੀ ਵਰਤੋਂ ਕਰ ਰਿਹਾ, ਓਕੇ, ਕੰਪਿਊਟਰ ਕੀਬੋਰਡ, ਠੀਕ ਹੈ। ਤਾਂ ਇਸ ਦਾ ਕੀ ਆਏਗਾ? ਅਸਿਸਟਿਵ ਔਰ ਅਸਿਸਟਿਵ, ਠੀਕ ਹੈ। ਇਸ ਦਾ ਇਹ ਆਪਣੇ ਕੋਲ ਬੀ ਆ ਜਾਏਗਾ, ਠੀਕ ਹੈ, ਕੰਪਿਊਟਰ ਅਸਿਸਟਿਵ ਟੈਕਨੋਲੋਜੀ। ਅੱਗੇ ਆਪਣੇ ਕੋਲ ਇਨਕਲੂਸਿਵ ਐਜੂਕੇਸ਼ਨ ਨਾਲ ਰਿਲੇਟਡ ਹੈ। ਦੇਖੋ ਤੁਹਾਨੂੰ ਪਤਾ ਹੈ ਕਿ ਜਦੋਂ ਨੋਰਮਲ ਜਿਹੜੇ ਬੱਚੇ ਹੁੰਦੇ ਆ ਉਹਨਾਂ ਨਾਲ ਜੋ ਕਿ ਸਪੈਸ਼ਲ ਨੀਡਸ ਵਾਲੇ ਬੱਚੇ ਹੁੰਦੇ ਆ ਉਹ ਪੜ੍ਹਦੇ ਆ, ਤਾਂ ਇਹ ਆਪਾਂ ਕੀ ਕਹਿ ਸਕਦੇ ਇਹਨੂੰ? ਸਮਾਵੇਸ਼ੀ ਸਿੱਖਿਆ ਕਹਿ ਸਕਦੇ ਹਾਂ। ਤਾਂ ਇਸ ਦਾ ਆਪਣੇ ਕੋਲ ਆਂਸਰ ਰਹਿ ਜਾਏਗਾ, ਦੇਖੋ ਸਟੂਡੈਂਟ ਵਿਦ ਸਪੈਸ਼ਲ ਨੀਡਸ ਹਾਫ ਆਫ ਦੇਅਰ ਟਾਈਮ, ਇਹ ਵੀ ਨਹੀਂ ਆਏਗਾ, ਠੀਕ ਹੈ। ਇੰਟੀਗ੍ਰੇਸ਼ਨ ਆਫ ਸਪੈਸ਼ਲ ਨੀਡਸ ਵਿਦ ਨੋਰਮਲ, ਓਕੇਸ਼ਨਲੀ ਵੀ ਨਹੀਂ ਆਪਾਂ ਇਹ ਚੂਜ਼ ਕਰਨਾ। ਸਟੂਡੈਂਟ ਵਿਦ ਸਪੈਸ਼ਲ ਨੀਡਸ ਅਟੈਂਡ, ਓਕੇ, ਇਹ ਵੀ ਨਹੀਂ ਆਪਾਂ। ਦੇਖੋ ਇਸ ਦਾ ਜੋ ਰਾਈਟ ਆਂਸਰ ਆਏਗਾ ਉਹ ਇਹ ਹੀ ਆਏਗਾ, ਠੀਕ ਹੈ। ਅੱਗੇ ਆਪਣੇ ਕੋਲ ਹੈ ਮੋਸਟ ਕਾਮਨਲੀ ਆਇਡੈਂਟੀਫਾਈਡ ਫਾਰਮ ਆਫ ਇੰਟੈਲੈਕਚੁਅਲ ਡਿਸੈਬਿਲਿਟੀ ਵਿਚ ਇਜ਼ ਜਨਰਲੀ ਟ੍ਰਾਂਸਮਿਟਡ, ਠੀਕ ਹੈ। ਬੌਧਿਕ ਅਪੰਗਤਾ ਦਾ ਸਭ ਤੋਂ ਆਮ ਤੌਰ 'ਤੇ ਪਛਾਣਿਆ, ਠੀਕ ਹੈ। ਮਤਲਬ ਕਿ ਇਹੋ ਜਿਹਾ ਡਿਸਆਰਡਰ ਜਿਹਨੂੰ ਆਪਾਂ ਈਜ਼ਲੀ ਤਰੀਕੇ ਨਾਲ, ਇਹੋ ਜਿਹੀ ਡਿਸੈਬਿਲਿਟੀ ਜਿਹਨੂੰ ਆਪਾਂ ਈਜ਼ਲੀ ਤਰੀਕੇ ਨਾਲ ਪਛਾਣ ਲੈਂਦੇ ਹਾਂ, ਜੋ ਕਿ ਇੱਕ ਜੈਨੇਟਿਕ ਹੋ ਸਕਦੀ ਹੈ, ਤਾਂ ਉਹ ਡਾਊਨ ਸਿੰਡਰਮ ਹੈ ਆਪਣੇ ਕੋਲ, ਠੀਕ ਹੈ। ਜੋ ਕਿ ਤੁਹਾਨੂੰ ਪਤਾ ਜੋ ਡਾਊਨ ਸਿੰਡਰਮ ਹੈ ਇਸ ਨੂੰ ਈਜ਼ਲੀ ਤਰੀਕੇ ਨਾਲ ਪਹਿਚਾਣ ਸਕਦੇ ਹਾਂ, ਕਿਉਂਕਿ ਇਸ ਦੇ ਵਿੱਚ ਜੋ ਬੱਚੇ ਦਾ ਫੇਸ ਹੁੰਦਾ ਨਾ, ਉਹਦੀ ਜੋ ਫੇਸ ਦੀ ਬਨਾਵਟ ਹੁੰਦੀ ਹੈ ਉਹ ਥੋੜ੍ਹੀ ਆਪਾਂ ਕਹਿ ਸਕਦੇ ਹਾਂ ਕਿ ਨੋਰਮਲ ਬੱਚਿਆਂ ਨਾਲੋਂ ਆਪਾਂ ਨੂੰ ਅਲੱਗ ਲੱਗੇਗਾ। ਜਿਵੇਂ ਕਿ ਉਸਦਾ ਜਾਂ ਤਾਂ ਮੱਥਾ ਜੋ ਹੁੰਦਾ ਉਹ ਜ਼ਿਆਦਾ ਵੱਡਾ ਲੱਗੇਗਾ, ਉਹਦਾ ਸਿਰ ਜ਼ਿਆਦਾ ਵੱਡਾ ਲੱਗੇਗਾ। ਕਈ ਵਾਰ ਉਹਦਾ ਜੋ ਮੂੰਹ ਹੈ ਉਹ ਥੋੜ੍ਹਾ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ, ਜਿਵੇਂ ਕਿ ਮੰਕੀ ਨਹੀਂ ਹੁੰਦਾ, ਮੰਕੀ ਉਸਦੇ ਵਰਗਾ ਮਾਊਥ ਲੱਗੇਗਾ। ਤਾਂ ਇਹੋ ਜਿਹੀਆਂ ਚੀਜ਼ਾਂ ਜਦੋਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਉਹ ਡਾਊਨ ਸਿੰਡਰਮ ਦੇ ਵਿੱਚ ਹੁੰਦੀਆਂ। ਔਰ ਤੁਹਾਨੂੰ ਇੱਕ ਹੋਰ ਦੱਸ ਦਿੰਦਾ ਜੋ ਕਿ ਆਪਣੇ ਕੋਲ ਬੱਚੇ ਦੇ ਵਿੱਚ ਨਾ ਜਦੋਂ ਕ੍ਰੋਮੋਸੋਮ ਜੋ 21 ਹੁੰਦਾ ਗਾ, ਕ੍ਰੋਮੋਸੋਮ 21 ਦੀ ਜਦੋਂ ਕੀ ਹੈ ਇੱਕ ਕਾਪੀ ਕ੍ਰੀਏਟ ਹੋ ਜਾਂਦੀ ਹੈ, ਆਪਾਂ ਕਹਿ ਸਕਦੇ ਹਾਂ ਕਿ ਇੱਕ ਇਹਦਾ ਇਸ ਕ੍ਰੋਮੋਸੋਮ ਦਾ ਡਿਵੀਜ਼ਨ ਹੋ ਜਾਂਦਾ ਗਾ, ਠੀਕ ਹੈ, ਇਹਦੀ ਇੱਕ ਕਾਪੀ ਬਣ ਜਾਂਦੀ ਹੈ, ਤਾਂ ਉਦੋਂ ਜੋ ਕਿ ਡਾਊਨ ਸਿੰਡਰਮ ਹੈ ਇਹ ਹੁੰਦਾ ਗਾ, ਠੀਕ ਹੈ। They refer to a broad range of autism disorder include the classical and severe form of autism, ठीक है। ਤਾਂ ਇਹ autism spectrum disorder ਹੀ ਹੈ, ASD, ਠੀਕ ਹੈ। autism spectrum disorder, autism specific ਨਹੀਂ, ADH ਇਹ ਵੀ ਨਹੀਂ, ADHD, autism disorder ਇਹ ਆਪਣੇ ਕੋਲ autism spectrum ਇਹਦਾ ਆਪਣੇ ਕੋਲ ਰਾਈਟ ਆਂਸਰ ਰਹਿ ਜਾਏਗਾ ਏ, ਠੀਕ ਹੈ। ਤਾਂ ਇਸ ਦਾ ਜੋ ਰਾਈਟ ਆਂਸਰ ਆਪਣੇ ਕੋਲ ਏ ਆਏਗਾ। ਤਾਂ ਇਹ ਆਪਣੇ ਕੋਲ ਆਂਸਰ ਕੀ ਸੀਗੀ, ਲਗਭਗ ਪੇਪਰ ਠੀਕ ਸੀਗਾ। ਇੱਕ ਦੋ ਜੋ ਕੁਐਸਚਨ ਸੀਗੇ ਆਪਣੇ ਕੋਲ ਥੋੜ੍ਹੇ, ਜਿਵੇਂ ਕਿ ਅਗਰ ਮੈਂ ਗੱਲ ਕਰਾਂ ਇਸ ਦਾ ਆਪਣੇ ਕੋਲ ਇੱਕ ਤਾਂ ਆਇਆ ਸੀਗਾ ਕੋਲਬਰਗ ਦਾ ਜੋ ਕੁਐਸਚਨ ਸੀ ਹੈ ਨਾ, ਉਹ ਥੋੜ੍ਹਾ ਟਿਪੀਕਲ ਸੀਗਾ, ਠੀਕ ਹੈ। ਤਾਂ ਬਾਕੀ ਤੁਸੀਂ ਆਪਣੇ ਜੋ ਦੂਸਰੇ ਪੋਰਸ਼ਨ ਆ ਉਹ ਚੈੱਕ ਕਰ ਲਿਓ। ਇਹ ਸਾਈਕੋਲੋਜੀ ਸੀ, ਲਗਭਗ 25 ਦੀ ਅਗਰ ਮੈਂ ਗੱਲ ਕਰਾਂ 25 ਕੁਐਸਚਨ ਲਗਭਗ ਈਜ਼ੀ ਸੀਗੇ, ਠੀਕ ਹੈ। ਤਾਂ ਤੁਸੀਂ ਈਜ਼ਲੀ ਤਰੀਕੇ ਨਾਲ 25 ਮਾਰਕਸ ਲਗਭਗ ਇਹਦੇ ਵਿੱਚ ਗੇਨ ਕਰ ਸਕਦੇ ਹੋ, ਠੀਕ ਹੈ। ਤਾਂ ਅਗਰ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਠੀਕ ਹੈ, ਕਮੈਂਟ ਕਰਿਓ, ਔਰ ਜੋ ਮੇਰਾ ਚੈਨਲ ਹੈ ਉਸਨੂੰ ਸਬਸਕ੍ਰਾਈਬ ਕਰੋ। ਅੱਗੇ ਵੀ ਆਪਾਂ ਇਸੇ ਤਰੀਕੇ ਨਾਲ ਹੁਣ ਲਗਭਗ ਆਪਾਂ ਪ੍ਰੋਵਾਈਡ ਕਰਾਂਗੇ ਸਾਰੀਆਂ ਵੀਡੀਓਜ਼, ਔਰ ਨਵੇਂ ਤਰੀਕੇ ਨਾਲ ਸ਼ੁਰੂ ਕਰਾਂਗੇ, ਕਿਉਂਕਿ ਥੋੜ੍ਹਾ ਬਿਜ਼ੀ ਚੱਲ ਰਹੀ ਸੀਗੇ, ਠੀਕ ਹੈ। ਪੇਪਰਾਂ ਵਗੈਰਾ ਦੇ ਵਿੱਚ ਮੈਂ ਬਿਜ਼ੀ ਹੋ ਗਿਆ ਸੀਗਾ, ਇਸ ਕਰਕੇ ਮੈਂ ਚੈਨਲ ਨੂੰ ਟਾਈਮ ਨਹੀਂ ਦੇ ਸਕਿਆ। ਤਾਂ ਹੁਣ ਆਪਾਂ ਹੌਲੀ ਹੌਲੀ ਚੈਨਲ ਨੂੰ ਗਰੋ ਕਰਾਂਗੇ। ਥੈਂਕਸ ਫੋਰ ਵਾਚਿੰਗ।